ਵੀ ਜਿਹੜੀ ਵਿਰੋਧੀ ਟੀਮ ਸੀ ਉਹ ਲੀਡ ਕਰ ਰਹੀ ਸੀ ਤੇ ਮਾਈਕ ਦੇ ਉੱਤੇ ਗਿਆਨੀ ਬਦਨ ਸਿੰਘ ਜੀ ਬੋਲ ਰਹੇ ਸੀ। ਉਹਨਾਂ ਨੇ ਇੱਕੋ ਗੱਲ ਆਖੀ, ਕੋਈ ਨਹੀਂ ਸਾਡਾ ਪੰਖੇਰੂ ਪਿੱਛੇ ਖੜਾ ਕਹਿੰਦੇ ਸੀ ਆਉਣ ਵਾਲਾ ਜੀ। ਉਹਦੇ ਸਾਨੂੰ ਭਰੋਸਾ ਹੈ ਵੀ ਉਹਨਾਂ ਨੇ ਮੈਨੂੰ ਮਤਲਬ ਸਕੂਲ ਦੇ ਪੀਰੀਅਡ ਸਕੂਲ ਦੇ ਐਜੂਕੇਸ਼ਨ ਦੌਰਾਨ ਪੜ੍ਹਦੇ ਸਮੇਂ ਇਹ ਉਹਨਾਂ ਨੇ ਪੰਖੇਰੂ ਕਿਹਾ ਸੀ, ਸਾਡਾ ਉਡਣਾ ਪੰਖੇਰੂ ਖੜਾ। ਬਹੁ ਰੰਗੀ ਇਸ ਦੁਨੀਆ ਅੰਦਰ ਬਹੁ ਰੰਗੇ ਨੇ ਵਸਦੇ ਲੋਕ, ਖੁਸ਼ੀਆਂ ਖੀਵੇ ਮਸਤ ਦੀਵਾਨੇ, ਰੋਂਦੇ ਲੋਕ ਹੱਸਦੇ ਲੋਕ। ਧਰਤੀ ਸਮਾਨ ਦੀ ਤਾਂ ਦੂਰੀ ਤਾਂ ਇਹਨਾਂ ਨੇ ਦੱਸਣੀ ਸੌਖੀ ਹੈ, ਧਰਤੀ ਸਮਾਨ ਦੀ ਤਾਂ ਦੂਰੀ ਤਾਂ ਇਹਨਾਂ ਨੇ ਦੱਸਣੀ ਸੌਖੀ ਹੈ। ਅਗਰ ਤਾਂ ਤੁਸੀਂ ਪ੍ਰਚਾਰਕ ਬਣਨਾ ਫਿਰ ਤਾਂ ਤੁਹਾਨੂੰ ਚੰਗੇ ਪ੍ਰਚਾਰਕ ਨੂੰ ਸੁਣਨਾ ਪਵੇ ਜੀ। ਬਿਲਕੁਲ। ਜੇ ਤੁਸੀਂ ਕਵਿਤਾ ਦੇ ਲਿਖਾਰੀ ਬਣਨਾ ਤੇ ਫਿਰ ਤੁਹਾਨੂੰ ਚੰਗਾ ਅਮੀਰ ਲਿਟਰੇਚਰ ਪੜ੍ਹਨਾ ਪਵੇਗਾ। ਕਵਿਤਾ ਦਾ ਗੁਰੂ ਕੋਈ ਨਹੀਂ ਹੁੰਦਾ, ਕਵਿਤਾ ਦਾ ਗੁਰੂ ਕਵਿਤਾ ਹੀ ਹੁੰਦੀ ਹੈ। ਜਿਹੜੀ ਦੂਸਰੀਆਂ ਕਵਿਤਾਵਾਂ ਉਹ ਸਾਡਾ ਗੁਰੂ ਬਣ ਜਾਂਦੀਆਂ। ਉਹਨੂੰ ਚਾਹ ਪਾਣੀ ਛਕਾਉਣ ਲੱਗੇ ਤੇ ਮੈਨੂੰ ਕਹਿਣ ਲਿਆ ਵੀ ਪਿੰਡਾਂ ਵਾਲੇ ਤੇਰੀ ਕਵਿਤਾ ਵੇਖੀ, ਤੇ ਮੈਂ ਉਹਨਾਂ ਨੂੰ ਕਵਿਤਾ ਸੁਣਾਈ ਤੇ ਦੇਖੀ ਕਵਿਤਾ। ਉਹਨਾਂ ਨੇ ਮੈਨੂੰ 4 ਸ਼ਬਦ ਜਗ ਸਾਹਿਬ ਆਖੇ ਜਿਹੜੇ ਮੇਰੇ ਅੱਜ ਵੀ ਮੇਰੀ ਰਹਿਨਮਾਈ ਕਰਦੇ ਆ। ਜੇ ਕਿਸੇ ਕਲਾਕਾਰਾਂ ਨੂੰ ਟਾਈਮ ਦੇਣਾ ਤੇ ਜੇ ਕੋਈ ਢਾਡੀ ਜੱਥਾ ਆ ਗਿਆ ਪਹਿਲਾਂ ਉਹਨੂੰ ਕਹਿਣਾ ਪ੍ਰੈਫਰੈਂਸ ਢਾਡੀ ਜੱਥੇ ਨੂੰ ਦਿੰਦੇ ਸੀ। ਫਰਜ਼ ਕੀਤਾ ਤੁਸੀਂ ਕਿਸੇ ਘਟਨਾ ਨੂੰ ਦੇਖਣਾ ਤਾਂ ਉਹਦੇ ਵਿੱਚ ਤੁਸੀਂ ਘੱਟੋ ਘੱਟ 3 ਗ੍ਰਾਮ ਦੇਖੋ, ਨਹੀਂ 5 ਦੇਖੋ। ਜੇ 2 ਵੇਖੋਗੇ ਇੱਕ ਦੀ ਇੱਕ ਰਹਿ ਕੇ ਦੂਜੇ ਉੱਤੇ ਤੁਸੀਂ ਫੈਸਲਾ ਨਹੀਂ ਕਰ ਸਕੋਗੇ। ਮੇਰਾ ਟਾਈਮ ਜਦੋਂ ਪੂਰਾ ਹੋਇਆ ਤੇ ਮੈਨੂੰ ਸਿਰਫ ਤੁਹਾਡੇ ਕਲੋਜ਼ ਕਰ ਦਿਓ। ਜਦੋਂ ਮੈਂ ਕਲੋਜ਼ ਕਰ ਦਿਓ ਤਾਂ ਮੈਂ ਜਾ ਕੇ ਬਾਹਰ ਸੰਗਤ ਨਾਅਰੇਬਾਜ਼ੀ ਕਰਨ ਲੱਗੀ। ਉਹ ਕਹਿੰਦਾ ਢਾਡੀ ਇੱਥੇ ਲਾਇਆ ਜਾ ਅਸੀਂ ਸੰਗਤ ਦੇ ਵਿੱਚ ਇੱਕ ਸ਼ਾਇਦ ਕਈ ਵਾਰ ਭੁਲੇਖਾ ਜਿਹਾ ਬਣ ਗਿਆ ਕਿ ਸ਼ਾਇਦ ਉੱਚੀ ਕਿੱਲ ਕੇ ਕਿਲਕਾਰੀਆਂ ਮਾਰ ਕੇ ਬੋਲਣਾ ਹੀ ਢਾਡੀ ਕਰਾ। ਰਾਧਾ ਦੀ ਬਾਤ ਸੀ, ਬੱਚੇ ਕੰਨਾਂ ਤੇ ਹੱਥ ਰੱਖੇ ਹੋਏ ਸੀ, ਕੰਨਾਂ ਤੇ ਰੱਖੇ ਸੀ। ਕਿਹਾ ਤੁਸੀਂ ਵੀ ਇੰਨਾ ਹੀ ਉੱਚਾ ਬੋਲੋਗੇ। ਰੋਜ਼ ਫਰਾਰ ਬਣ ਜਾ, ਸਭ ਦੇ ਮਨ ਨੂੰ ਠੰਡਕ ਪਹੁੰਚੇ, ਸ਼ੀਤਲਤਾ ਦਾ ਸ਼ਾਵਰ ਬਣ ਜਾ। ਜੇ ਸਰੋਤੇ ਦੇ ਮਨ ਦੀ ਗੱਲ ਆਊਗੀ ਤਾਂ ਤੁਹਾਨੂੰ ਸੁਣੇਗਾ ਤੇ ਨਹੀਂ ਤਾਂ ਨਾਲ ਦੇ ਕੋ ਆ ਜਾ ਚਲੇ। ਤੇ ਜੋ ਕੁਝ ਤੁਸੀਂ ਲਿਖਿਆ ਕੀ ਉਸ ਨੂੰ ਕਿਤਾਬੀ ਸ਼ਕਲ ਦੇਣ ਦੀ ਵੀ ਕੋਸ਼ਿਸ਼ ਕੀਤੀ, ਕਿ ਕਿਤਾਬ ਛਪਵਾਈ ਜਾਂ ਕੀ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਕਿਸੇ ਨੂੰ ਇਹ ਸ਼ੌਕ ਹੈ, ਕੋਈ ਢਾਡੀ ਕਲਾ ਦੇ ਵੱਲ ਆਇਆ ਜਾਂ? ਪੰਜਾਬੀ ਵਿਰਾਸਤ USA ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਜਗਦੇਵ ਸਿੰਘ ਜਾਚਕ ਹਾਜ਼ਰ ਹਾਂ ਤੁਹਾਡੇ ਲਈ ਪ੍ਰੋਗਰਾਮ ਵਿਰਾਸਤੀ ਰੰਗ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਢਾਡੀ ਜਗਤ ਦੀ ਇੱਕ ਅਤੀ ਸਨਮਾਨਯੋਗ ਵਿਦਵਾਨ ਸ਼ਖਸੀਅਤ ਨਾਲ। ਤੇ ਅਸੀਂ ਪੁੱਜੇ ਹੋਏ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਵਿੱਚ। ਧਰਮਕੋਟ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਹੈ ਲੋਹਗੜ੍ਹ, ਜਿੱਥੇ ਰਹਿੰਦੇ ਨੇ ਗਿਆਨੀ ਮਲਕੀਤ ਸਿੰਘ ਪੰਖੇਰੂ ਜੀ। ਗਿਆਨੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਾਸਤ ਅਮਰੀਕਾ ਦੀ ਜੋ ਇਹ ਮਹਾਨ ਸੇਵਾ ਹੈ, ਪ੍ਰਚਾਰਕਾਂ ਨੂੰ ਜਗਤ ਵਿੱਚ ਰੋਸ਼ਨੀ ਵਿੱਚ ਲੈ ਕੇ ਆਉਣਾ, ਉਸ ਦੇ ਨਾਲ ਤੁਸੀਂ ਜੁੜੋ। ਤੁਹਾਡਾ ਦਾਸ ਦੇ ਗ੍ਰਹਿ ਵਿਖੇ ਆਉਣ 'ਤੇ ਬਹੁਤ-ਬਹੁਤ ਧੰਨਵਾਦ ਹੈ ਜਾਚਕ ਜੀ। ਤੁਸੀਂ ਆਏ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ। ਔਰ ਪੰਜਾਬੀ ਵਿਰਸੇ ਦਾ ਜੋ USA ਦਾ ਹੈ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਜੀ। ਗਿਆਨੀ ਜੀ ਸਭ ਤੋਂ ਪਹਿਲਾਂ ਸਾਡਾ ਸਵਾਲ ਹੈ ਜੀ ਕਿ ਤੁਹਾਡੇ ਨਾਮ ਨਾਲ ਜਿਹੜਾ ਸ਼ਬਦ ਹੈ ਪੰਖੇਰੂ, ਇਹ ਤੁਹਾਡਾ ਤਖੱਲਸ ਹੈ। ਜਿਹੜਾ ਤੁਹਾਡਾ ਦੌਰ ਸੀ ਜਾਂ ਅੱਜ ਵੀ ਅਸੀਂ ਨਜ਼ਰ ਮਾਰਦੇ ਹਾਂ, ਢਾਡੀ ਜਗਤ ਅੰਦਰ ਜਿਹੜੇ ਪ੍ਰਚਾਰਕ ਨੇ ਜਾਂ ਢਾਡੀ ਸਿੰਘ ਨੇ, ਉਹਨਾਂ ਦੇ ਨਾਮ ਨਾਲ ਜਾਂ ਉਹਨਾਂ ਦੇ ਪਿੰਡਾਂ ਸ਼ਹਿਰਾਂ ਦਾ ਨਾਮ ਲੱਗਦਾ ਤੇ ਜਾਂ ਉਹਨਾਂ ਦੇ ਤਖੱਲਸ ਨੇ। ਤੁਸੀਂ ਆਪਣੇ ਨਾਮ ਦੇ ਬਿਲਕੁਲ ਨਾਲ ਜਿਹੜਾ ਤਖੱਲਸ ਲਾਇਆ, ਬਾਅਦ ਵਿੱਚ ਭਾਵੇਂ ਤੁਹਾਡੇ ਨਗਰ ਦਾ ਨਾਮ ਵੀ ਆਉਂਦਾ, ਪਰ ਤੁਸੀਂ ਤਖੱਲਸ ਨੂੰ ਪ੍ਰਮੁੱਖਤਾ ਕਿਉਂ ਦਿੱਤੀ? ਕੀ ਇਹ ਜਿਹੜਾ ਤਖੱਲਸ ਹੈ ਤੁਸੀਂ ਆਪ ਆਪਣੇ ਨਾਮ ਨਾਲ ਜੋੜਿਆ ਜਾਂ ਤੁਹਾਡੇ ਉਸਤਾਦ ਵੱਲੋਂ ਜਾਂ ਕਿਸੇ ਹੋਰ ਸਮਾਜ ਦੇ ਕੌਮ ਦੇ ਵਿਸ਼ੇਸ਼ ਵਿਅਕਤੀ ਵੱਲੋਂ ਤੁਹਾਨੂੰ ਦਿੱਤਾ ਗਿਆ? ਤੁਸੀਂ ਮਾਲਵਾ ਇਤਿਹਾਸ ਪੜ੍ਹਦੇ ਹੋ, ਉਹਦੇ ਵਿੱਚ ਜਿਨ੍ਹਾਂ ਨੇ ਕਲਮ ਦੀ ਸੇਵਾ ਕੀਤੀ ਹੈ ਸੰਤ ਬਾਬਾ ਸਾਖਾ ਸਿੰਘ ਜੀ ਦੇ ਉਸ ਮਾਲਵਾ ਇਤਿਹਾਸ ਦੇ, ਉਹਨਾਂ ਵਿੱਚ ਇੱਕ ਨਾਮ ਉਹਦਾ ਗਿਆਨੀ ਬਦਨ ਸਿੰਘ ਜੀ। ਉਹ ਪਿੰਡ ਚੁੱਗਾ ਕਰਾਉਂਦੇ ਸੀ, ਸਾਡੇ ਉਹ ਉਸਤਾਦ ਜੀ ਸਨ, ਪੰਜਾਬੀ ਦੇ ਟੀਚਰ ਸਨ ਜੀ AD ਹਾਈ ਸਕੂਲ ਦੇ ਵਿੱਚ। ਜਦੋਂ ਅਸੀਂ ਉੱਥੇ ਪੜ੍ਹਿਆ ਕਰਦੇ ਸੀ ਤੇ ਉੱਥੋਂ ਖੇਡਾਂ ਦੇ ਵਿੱਚ ਅਸੀਂ ਦੌੜਨ ਦਾ ਮੁਕਾਬਲਾ ਹੁੰਦਾ ਸੀਗਾ ਜਮਾਤਾਂ ਦੇ ਅਲੱਗ-ਅਲੱਗ ਨਾਲ,
ਤੇ ਮੈਂ ਤਕਰੀਬਨ ਲਾਸਟ ਵਿੱਚ ਖੜਿਆ ਕਰਦਾ ਸੀ। ਤੇ ਮੈਨੂੰ ਇੱਕ ਵਾਰੀ ਇਸ ਤਰ੍ਹਾਂ ਦਾ ਹੋਇਆ ਵੀ ਜਿਹੜੀ ਵਿਰੋਧੀ ਟੀਮ ਸੀ ਉਹ ਲੀਡ ਕਰ ਰਹੀ ਸੀ ਤੇ ਮਾਈਕ ਦੇ ਉੱਤੇ ਗਿਆਨੀ ਬਦਨ ਸਿੰਘ ਜੀ ਬੋਲ ਰਹੇ ਸੀ। ਉਹਨਾਂ ਨੇ ਇੱਕੋ ਗੱਲ ਆਖੀ, ਕੋਈ ਨਹੀਂ ਸਾਡਾ ਪੰਖੇਰੂ ਪਿੱਛੇ ਖੜਾ ਹੈ, ਕਹਿੰਦੇ ਇਹ ਆਉਣ ਵਾਲਾ ਜੀ। ਉਹਦੇ ਸਾਨੂੰ ਤਾਂ ਭਰੋਸਾ ਹੈ ਵੀ ਉਹਨਾਂ ਨੇ ਮੈਨੂੰ ਮਤਲਬ ਹੈ ਜੀ ਸਕੂਲ ਦੇ ਪੀਰੀਅਡ ਸਕੂਲ ਦੇ ਐਜੂਕੇਸ਼ਨ ਦੌਰਾਨ ਪੜ੍ਹਦੇ ਸਮੇਂ ਇਹ ਉਹਨਾਂ ਨੇ ਪੰਖੇਰੂ ਕਿਹਾ ਸੀ, ਸਾਡਾ ਉਡਣਾ ਪੰਖੇਰੂ ਖੜਾ ਹੈ। ਬਸ ਉਹ ਪਹਿਲਾਂ ਮੈਂ ਚਿੜਜੀ ਮਹਿਸੂਸ ਕਰਦਾ ਸੀ, ਫਿਰ ਉਹ ਉਸਤਾਦਾਂ ਦੇ ਵਿੱਚ ਇੱਕ ਪਤਾ ਨਹੀਂ ਕਿਸ ਸਮੇਂ ਉਹਨਾਂ ਦੀ ਰਹਿਮਤ ਹੋਈ ਤੇ ਇਹ ਨਾਮ ਜਿਹੜਾ ਸੀ ਮੇਰੇ ਨਾਂ ਨਾਲ ਜੁੜ ਗਿਆ। ਮੈਂ ਕੋਸ਼ਿਸ਼ ਤੇ ਕੀਤੀ ਹੈ ਵੀ ਮੈਂ ਪੰਖੇਰੂ ਲੋਹੜੀ ਆਖਾਂ ਤਾਂ ਕਿ ਗੀਤਾਂ ਵਿੱਚ ਮੇਰੇ ਦੋਵੇਂ ਚੀਜ਼ ਨਾਮ ਆਉਂਦੇ ਹੈ। ਸੋ ਇਹ ਉਸਤਾਦ ਗਿਆਨੀ ਬਦਨ ਸਿੰਘ ਜੀ ਹੋਣਾ ਦਾ ਚੁੱਗੇ ਵਾਲਿਆਂ ਦਾ ਦਿੱਤਾ ਹੋਇਆ ਖਿਤਾਬ ਹੈ, ਜਿਸ ਨੂੰ ਮੈਂ ਲੈ ਕੇ ਹੁਣ ਵੀ ਨਾਲ ਉੱਡ ਰਿਹਾ ਹਾਂ, ਉਡਾਰੀਆਂ ਭਰ ਰਿਹਾ। ਗਿਆਨੀ ਜੀ, ਜਾਣੀ ਆਮ ਤੌਰ ਤੇ ਵੇਖਿਆ ਗਿਆ ਕਿ ਜਦ ਕੋਈ ਬੰਦਾ ਕਿਸੇ ਵਿਸ਼ੇਸ਼ ਖੇਤਰ ਵਿੱਚ ਵਿਚਰਦਾ ਹੈ, ਜੀ, ਕਵੀ, ਢਾਡੀ, ਪ੍ਰਚਾਰਕ, ਤਾਂ ਉਹਦੇ ਨਾਮ ਨਾਲੇ ਤਖੱਲਸ ਲੱਗਦੇ ਨੇ, ਜੋੜੇ ਜਾਂਦੇ ਨੇ। ਪਰ ਤੁਸੀਂ ਸਕੂਲ ਟਾਈਮ ਤੋਂ ਇਹ ਪੰਖੇਰੂ ਸ਼ਬਦ ਆਪਣੇ ਨਾਲ ਲੈ ਕੇ ਅੱਜ ਤੱਕ ਜੀਵਨ ਵਿੱਚ ਪ੍ਰਚਾਰਕ ਦੇ ਤੌਰ ਤੇ ਵਿਚਰ ਰਹੇ ਹੋ। ਜਦ ਅਸੀਂ ਗਿਆਨੀ ਮਲਕੀਤ ਸਿੰਘ ਪੰਖੇਰੂ ਦੇ ਢਾਡੀ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਤੇ ਤੁਸੀਂ ਢਾਡੀ ਜਗਤ ਵਿੱਚ ਕਿਵੇਂ ਪ੍ਰਵੇਸ਼ ਕੀਤਾ ਤੇ ਕਦੋਂ ਤੋਂ ਪ੍ਰਵੇਸ਼ ਕੀਤਾ? ਪਹਿਲਾਂ ਮੈਂ 9ਵੀਂ ਜਮਾਤ ਪੜ੍ਹਦੇ ਸੀ ਧਰਮਕੋਟ ਏਡੀ ਹਾਈ ਸਕੂਲ ਦੇ ਵਿੱਚ ਔਰ ਉੱਥੋਂ ਹੀ ਮੈਂ ਫੌਜ ਵਿੱਚ ਭਰਤੀ ਹੋਇਆ ਜੀ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਮੈਂ 1967 ਦੇ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ ਜੀ। ਉਹ ਸਾਹਿਤਕ ਕਵਿਤਾ ਲਿਖਦੇ ਕਰਦੇ ਸੀ। ਮੇਰੀਆਂ ਕਵਿਤਾਵਾਂ ਕੁਛ ਅਵਾਰਡਡ ਵੀ ਹੋਈਆਂ ਉਦੋਂ, ਜਦੋਂ ਕਿਤੇ ਸਹਿ ਸਭਾ ਜਾਣਾ, ਬਹੁ ਰੰਗੀ ਇਸ ਦੁਨੀਆ ਅੰਦਰ ਬਹੁ ਰੰਗੇ ਨੇ ਵਸਦੇ ਲੋਕ, ਖੁਸ਼ੀਆਂ ਖੀਵੇ ਮਸਤ ਦੀਵਾਨੇ, ਰੋਂਦੇ ਲੋਕ ਹੱਸਦੇ ਲੋਕ, ਧਰਤੀ ਸਮਾਨ ਦੀ ਤਾਂ ਦੂਰੀ ਤਾਂ ਇਹਨਾਂ ਨੇ ਦੱਸਣੀ ਸੌਖੀ ਹੈ, ਧਰਤੀ ਸਮਾਨ ਦੀ ਤਾਂ ਦੂਰੀ ਤਾਂ ਇਹਨਾਂ ਨੇ ਦੱਸਣੀ ਸੌਖੀ ਹੈ, ਪਰ ਦਿਲ ਦੀ ਨਜ਼ਦੀਕੀ ਆਪਣੇ ਨੂੰ ਨਾ ਕਿਸੇ ਬਹਾਨੇ ਦੱਸ ਦਿਓ। ਇਹ ਗੱਲੀ ਵੰਜ ਵਿਹਾਜਦੇ ਨੇ, ਬਣਦੇ ਵਣਜਾਰੇ ਪ੍ਰੀਤਾਂ ਦੇ, ਸ਼ਮਾ ਤੋਂ ਬੈਠੇ ਕੋਹਾਂ ਤੇ ਖੁਦ ਨੂੰ ਪਰਵਾਨੇ ਦੱਸਦੇ ਲੋਕ। ਐਸੀਆਂ ਰਚਨਾਵਾਂ ਦੀ ਸ਼ੁਰੂਆਤ ਕੀਤੀ। ਫਿਰ ਆਰਮੀ 'ਚ ਚਲੇ ਗਏ। ਆਰਮੀ ਦੇ ਵਿੱਚ ਰਹਿ ਕੇ ਇਕੱਲਪੁਣਾ ਮਹਿਸੂਸ ਕੀਤਾ। ਉੱਥੇ ਮਤਲਬ ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹਨ ਦਾ ਕਦੇ ਸਮਾਂ ਬਣ ਜਾਂਦਾ ਸੀ। ਮੈਨੂੰ ਇੱਕ ਗੱਲ ਮੈਂ ਤੁਹਾਨੂੰ ਜੱਜ ਸਾਹਿਬ ਕਹਾਂਗਾ ਵੀ ਅਗਰ ਤਾਂ ਤੁਸੀਂ ਪ੍ਰਚਾਰਕ ਬਣਨਾ ਵੀ ਫਿਰ ਤਾਂ ਤੁਹਾਨੂੰ ਚੰਗੇ ਪ੍ਰਚਾਰਕ ਨੂੰ ਸੁਣਨਾ ਪਵੇਗਾ। ਜੇ ਤੁਸੀਂ ਕਵਿਤਾ ਦੇ ਲਿਖਾਰੀ ਬਣਨਾ ਤੇ ਫਿਰ ਤੁਹਾਨੂੰ ਚੰਗਾ ਅਮੀਰ ਲਿਟਰੇਚਰ ਪੜ੍ਹਨਾ ਪਵੇਗਾ, ਤਾਂ ਤੁਹਾਡੀ ਕਵਿਤਾ 'ਤੇ ਨਿਖਾਰ ਆਵੇਗਾ। ਕਵਿਤਾ ਦਾ ਗੁਰੂ ਕੋਈ ਨਹੀਂ ਹੁੰਦਾ, ਕਵਿਤਾ ਦਾ ਗੁਰੂ ਕਵਿਤਾ ਹੀ ਹੁੰਦੀ ਹੈ। ਜਿਹੜੀ ਦੂਸਰੀਆਂ ਕਵਿਤਾਵਾਂ ਉਹ ਸਾਡਾ ਗੁਰੂ ਬਣ ਜਾਂਦੀਆਂ। ਸਾਨੂੰ ਆਲੋਚਕ ਚਾਹੀਦਾ ਜਿਹੜਾ ਸਾਡੀ ਆਲੋਚਨਾ ਇਮਾਨਦਾਰੀ ਨਾਲ ਕਰ ਸਕੇ ਅਤੇ ਸਾਡਾ ਪੱਖ ਨਾ ਪੂਰੇ ਬਾਕੀ ਕਵਿਤਾ ਨੂੰ ਦੇਖੇ। ਮੈਂ ਆਲੋਚਕ ਜਿਹੜੇ ਸਨ ਉਹ ਆਪਣੇ ਗਿਆਨੀ ਜਸਵੰਤ ਸਿੰਘ ਜੀ, ਉਹ ਸੰਸਾਰ 'ਤੇ ਨਹੀਂ ਹੁਣ, ਆਰਮੀ ਦੇ ਵਿੱਚ ਹੀ ਸਾਡੇ ਗ੍ਰੰਥੀ ਜੋ ਕਰਦੇ ਸਨ। ਜਦੋਂ ਮੇਰੀਆਂ ਸਾਹਿਤਕ ਕਵਿਤਾਵਾਂ ਸੁਣਦੇ ਸੀ ਤਾਂ ਉਹਨਾਂ ਨੇ ਕਹਿਣਾ, ਮਲਕੀਤ ਸਿੰਘ ਤੇਰੀ ਕਵਿਤਾ ਵਿੱਚ ਦਮ ਬਹੁਤ ਹੈ ਪੰਖੇਰੂ, ਤੂੰ ਉਹਨਾਂ ਧਾਰਮਿਕ ਲਿਖ। ਫਿਰ ਉਸ ਤੋਂ ਬਾਅਦ ਮੈਂ ਧਾਰਮਿਕ ਲਿਖਣਾ ਸ਼ੁਰੂ ਕੀਤਾ ਔਰ ਮੇਰੇ ਉਸਤਾਦ ਜੀ ਗਿਆਨੀ ਪਾਲ ਸਿੰਘ ਜੀ ਪੰਛੀ ਸਾਹਿਬ, ਅਸੀਂ ਉਹਨਾਂ ਨੂੰ ਜੋਧਪੁਰ ਬੁਲਾਉਣਾ ਕੀਤਾ, ਉਹਨਾਂ ਜਥੇ ਨੂੰ ਗੁਰਪੁਰ ਦੇ ਉੱਪਰ, ਅਤੇ ਮੈਂ ਉਹਨਾਂ ਦੀ ਸੇਵਾ ਵਿੱਚ ਗਿਆ। ਤਾਂ ਮੈਂ ਸੋਤੇ ਸਰ ਜੀ ਉਹਨਾਂ ਗੱਲ ਕੀਤੀ ਵੀ ਪਾਪਾ ਜੀ ਵੀ ਮੈਨੂੰ ਨਾ ਕਵਿਤਾ ਲਿਖਣ ਦਾ ਬਹੁਤ ਸ਼ੌਕ ਹੈ, ਮੈਂ ਵੀ ਲਿਖਦਾ। ਕਹਿੰਦੇ ਕੋਈ ਨਹੀਂ ਦੇਖਾਂਗੇ। ਉਹਨੂੰ ਜਲ ਪਾਣੀ ਛਕਾਇਆ। ਚਾਹ ਦਾ ਟਾਈਮ ਸੀ ਤਕਰੀਬਨ 3 ਵਜੇ ਦਾ। ਉਹਨੂੰ ਚਾਹ ਪਾਣੀ ਛਕਾਉਣ ਲੱਗੇ ਅਤੇ ਮੈਨੂੰ ਕਹਿਣ ਲਿਆ ਵੀ ਪਿੰਡਾਂ ਵਾਲੇ ਤੇਰੀ ਕਵਿਤਾ ਵੇਖੀਏ। ਅਤੇ ਮੈਂ ਉਹਨਾਂ ਨੂੰ ਕਵਿਤਾ ਸੁਣਾਈ ਅਤੇ ਦੇਖੀ ਕਵਿਤਾ। ਉਹਨਾਂ ਨੇ ਮੈਨੂੰ 4 ਸ਼ਬਦ ਜੱਜ ਸਾਹਿਬ ਆਖੇ ਜਿਹੜੇ ਮੇਰੇ ਅੱਜ ਵੀ ਮੇਰੀ ਰਹਿਨਮਾਈ ਕਰਦੇ ਆ। ਉਹ ਕਹਿੰਦੇ ਸ਼ਾਬਾਸ਼ ਜੀ, ਬਹੁਤ ਅੱਛੇ, ਲੱਗੇ ਰਹੋ, ਕਾਮਯਾਬ ਹੋ ਜਾਓਗੇ। ਔਰ ਅੱਜ ਉਹਨਾਂ ਦੇ ਸ਼ਬਦਾਂ ਦੀ ਬਦੌਲਤ ਹੀ ਮੈਂ ਜੇ ਕਿਸੇ ਮੁਕਾਮ ਉੱਤੇ ਤੁਸੀਂ ਸਮਝਦੇ ਆ ਜੀ, ਉਹਨਾਂ ਦੀ ਕਿਰਪਾ ਹੈ। ਮੈਂ ਚਾਹੁੰਦਾ ਸੀ ਕਿ ਆਰਮੀ ਤੋਂ ਆਉਣ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਦਸਤਾਰ ਦੇ ਕੇ ਉਹਨਾਂ ਨੂੰ ਗੁਰੂ ਧਾਰਨਾ ਕਰਾਂ, ਪਰ ਬੇਨਤੀ ਹੈ ਵੀ ਉਹ ਮੇਰੇ ਆਉਣ ਤੋਂ ਪਹਿਲਾਂ ਹੀ ਇਸ ਸੰਸਾਰ ਤੋਂ ਚਲੇ ਗਏ ਸੀ। ਸ਼ਾਇਦ ਅੱਜ ਵੀ ਮੇਰੇ ਉਹ 1975 ਵਿੱਚ 1975 ਹਾਂਜੀ, ਅੱਜ ਵੀ ਮੇਰੇ ਉਸਤਾਦ ਹੈ, ਮੇਰੇ ਉਹ ਆਦਰਸ਼ ਹੈ ਜਿਨ੍ਹਾਂ ਨੂੰ ਮੈਂ ਲੈ ਕੇ ਚੱਲਦਾ। ਜੇ ਉਹਨਾਂ ਦੀ ਕਵਿਤਾ ਬੋਲਦਾ ਕੋਈ, ਕਈ ਵਾਰੀ ਅੱਜ ਕੱਲ੍ਹ ਤਾਂ ਇੱਕ ਬੁਲਾਰਿਆਂ ਦਾ ਨਾ ਬਹੁਤ ਘਟੀਆ ਖਿਆਲ ਜਿਹਾ ਬਣ ਗਿਆ, ਮਾਫੀ ਚਾਹੀਦੀ ਹੈ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ। ਬਹੁਤ ਸਾਰੇ ਬੁਲਾਰੇ ਜਿਹੜੇ ਉਹਨਾਂ ਦੀ ਕਵਿਤਾ ਦੇ ਵਿੱਚ ਜਿੱਥੇ ਉਹਨਾਂ ਨਾਂ ਆਉਂਦਾ ਹੈ ਉੱਥੇ ਛੱਡ ਜਾਂਦੇ ਆ ਉਸ ਪੰਕਤੀ ਨੂੰ, ਜਾਂ ਆਪਣਾ ਆਪਣਾ ਨਾਂ ਪਾ ਦਿੰਦੇ ਹੈ। ਮੇਰੇ ਉਸਤਾਦ ਜੀ ਪੰਛੀ ਸਾਹਿਬ ਰੋਜ਼ਾਨਾ ਹੀ ਗਾਏ ਜਾਂਦੇ ਨੇ। ਉਹਨਾਂ ਦੀ ਇੰਨੀ ਮਾਰਕੇਬਲ ਕਵਿਤਾ ਹੈਗੀ ਹੈ, ਇੰਨੀ ਪ੍ਰਾਊਡ ਕਵਿਤਾ ਹੈ, ਇੰਨੀ ਵਧੀਆ ਕਵਿਤਾ ਹੈ, ਉਹ ਕਿਸੇ ਨਾ ਕਿਸੇ ਸਟੇਜ 'ਤੇ ਦੁਨੀਆ ਦੇ ਜ਼ਰੂਰ ਸੁਣੀ ਜਾ ਸਕਦੀ ਹੈ। ਗਿਆਨੀ ਜੀ, ਫਿਰ ਤੁਸੀਂ ਫੌਜ ਵਿੱਚੋਂ ਆ ਕੇ ਬਕਾਇਦਾ ਇੱਕ ਢਾਡੀ ਜਥਾ ਬਣਾਇਆ ਜਾਂ ਕਿੱਦਾਂ ਸ਼ੁਰੂ? ਨਹੀਂ, ਮੈਂ ਜਦੋਂ ਫੌਜ 'ਚੋਂ ਆਇਆ ਨਾ ਜੀ, ਉਦੋਂ ਅਸੀਂ ਇੱਕ ਧਾਰਮਿਕ ਜਾਣੀ ਕਲਾਕਾਰਾਂ ਦਾ ਜਥਾ ਤਿਆਰ ਕੀਤਾ, ਸੰਗੀਤਕ ਜਥਾ। ਔਰ ਉਹਨਾਂ ਨਾਲ ਮੈਂ ਕਾਫੀ ਸਟੇਟਾਂ ਦੇ ਵਿੱਚ ਹੀ ਵਿਚਰਿਆ ਹਾਂ। ਜਿਸ ਤਰ੍ਹਾਂ ਫਿਰ ਸਮਾਂ ਬਦਲਦਾ ਗਿਆ ਅਤੇ ਮਨ ਨੇ ਸੋਚਿਆ ਵੀ ਜਿਵੇਂ ਢਾਡੀ ਜਥੇ ਦਾ ਜ਼ਿਆਦਾ ਸਤਿਕਾਰ ਮਾਣ ਹੈ ਬਜਾਏ ਕਲਾਕਾਰਾਂ ਨਾਲੋਂ, ਜੇ ਕਿਸੇ ਕਲਾਕਾਰਾਂ ਨੂੰ
ਟਾਈਮ ਦੇਣਾ ਹੈ ਤੇ ਜੇ ਕੋਈ ਢਾਡੀ ਜੱਥਾ ਆ ਗਿਆ ਪਹਿਲਾਂ ਉਹਨੂੰ ਕਹਿਣਾ ਪ੍ਰੈਫਰੈਂਸ ਢਾਡੀ ਜੱਥੇ ਨੂੰ ਦਿੰਦੇ ਸੀ ਜੀ ਫਿਰ ਕਲਾਕਾਰ ਨੂੰ ਦਿੰਦੇ ਸੀ ਤੇ ਮੈਂ ਹੀਣ ਭਾਵ ਜੀ ਆਪਣੇ ਮਹਿਸੂਸ ਕੀਤੀ। ਮੈਂ ਕਿਹਾ ਵੀ ਇਹ ਬਦਲਣਾ ਚਾਹੀਦਾ। ਮੇਰੇ ਨਾਲ ਫਿਰ ਜੇ ਆਪਣੇ ਜਗਦੀਸ਼ ਸਿੰਘ ਬਿਲਾਸਪੁਰੀ ਸੀ, ਨਹੀਂ ਹੈ ਹੁਣ, ਜੀ ਚਲੇ ਗਏ ਨੇ ਸੰਸਾਰ ਤੋਂ, ਉਹਨਾਂ ਨੇ ਫਿਰ ਮੈਡੋਲਿਨ 'ਤੇ ਪਲੇ ਕਰਦੇ ਸੀ। ਗੁਰਚਰਨ ਸਿੰਘ ਪੋਹਲੀ ਜੋ ਕਿ ਬਾਘੇ ਪੁਰਾਣੇ ਰਾਗੀ ਸਿੰਘ ਨੇ, ਉਹ ਹਾਰਮੋਨੀਅਮ ਵਜਾਉਂਦੇ ਸੀ। ਜਸਵੀਰ ਸਿੰਘ ਤਬਲਾ ਵਾਦਕ ਲੰਡੇ ਕਾਵਲੇ ਤਬਲਾ ਵਜਾਉਂਦੇ ਸੀ। ਫਿਰ ਉਹਨਾਂ ਨੇ ਵਿਚਾਰ ਕੀਤੀ ਵੀ ਆਪਾਂ ਜਥਾ ਬਣਾਈਏ। ਫਿਰ ਜੋ ਕਿ ਬਿਲਾਸਪੁਰੀ ਸੀ, ਜਗਦੀਸ਼ ਬਿਲਾਸਪੁਰੀ, ਉਹਨਾਂ ਨੇ ਬੰਦਿਆਂ ਦਾ ਅਰੇਂਜ ਕੀਤਾ। ਦਰਬਾਰਾ ਸਿੰਘ ਸੀ ਸਹੌਲੀ ਵਾਲਾ, ਉਹ ਔਰ ਨਾਲ ਕੁਲਵਿੰਦਰ ਸਿੰਘ ਜਲਾਲਾਬਾਦੀ ਸਰੰਗੀ ਵਾਦਕ ਔਰ ਬਿਲਾਸਪੁਰੀ ਸਾਹਿਬ ਤੇ ਦਾਸ ਨੇ ਫਿਰ ਜਥਾ ਤਕਰੀਬਨ 1992 ਦੇ ਵਿੱਚ ਸ਼ੁਰੂ ਕੀਤਾ ਸੀ ਢਾਡੀ ਜਥਾ। ਹਾਂਜੀ ਗਿਆਨੀ ਜੀ, ਜਦ ਅਸੀਂ ਗੱਲ ਕਰਦੇ ਹਾਂ ਸਿੱਖੀ ਦੇ ਪ੍ਰਚਾਰ ਦੀ, ਜੀ, ਢਾਡੀ ਕਲਾ ਇੱਕ ਬਹੁਤ ਹੀ ਅਹਿਮ ਤੇ ਨਿੱਘਰ ਯੋਗਦਾਨ ਪਾ ਰਹੀ ਹੈ ਅੱਜ ਵੀ। ਬਿਲਕੁਲ ਜੀ, ਬਿਲਕੁਲ ਸਿੱਖੀ ਦੇ ਪ੍ਰਚਾਰ। ਢਾਡੀ ਜਗਤ ਅੰਦਰ ਜਦ ਅਸੀਂ ਗੱਲ ਕਰਦੇ ਹਾਂ ਕਿ ਇੱਕ ਪ੍ਰਚਾਰਕ, ਉਹਦੇ ਸਾਹਮਣੇ ਬਹੁਤ ਸਾਰੀਆਂ ਕਠਿਨਾਈਆਂ ਵੀ ਨੇ। ਬਿਲਕੁਲ ਜੀ। ਜਿਸ ਤਰ੍ਹਾਂ ਸਿੱਖ ਇਤਿਹਾਸ ਨੂੰ ਖੋਜਣ ਵਕਤ ਅਸੀਂ ਬਹੁਤ ਸਾਰੇ ਗ੍ਰੰਥ, ਬਹੁਤ ਸਾਰੇ ਲਿਖਾਰੀਆਂ ਨੂੰ ਪੜ੍ਹਦੇ ਹਾਂ ਤੇ ਪੜ੍ਹ ਕੇ ਫਿਰ ਅਸੀਂ ਜੋ ਤੱਤਸਾਰ ਸੰਗਤ ਦੇ ਸਾਹਮਣੇ ਪੇਸ਼ ਕਰਦੇ ਹਾਂ, ਉਹ ਵੱਖ-ਵੱਖ ਗ੍ਰੰਥਾਂ ਨੂੰ ਪੜ੍ਹ ਕੇ ਜਿਹੜਾ ਇੱਕ ਫੈਸਲਾ ਲੈਣਾ ਹੁੰਦਾ ਗੁਰਮਤਿ ਦੇ ਆਧਾਰ 'ਤੇ, ਸਿਧਾਂਤਕ ਤੌਰ 'ਤੇ, ਉਹ ਤੁਹਾਨੂੰ ਕਿੱਦਾਂ ਲੱਗਦਾ ਕਿ ਪ੍ਰਚਾਰਕ ਨੂੰ ਕਿਸ ਤਰ੍ਹਾਂ ਮਤਲਬ ਵੱਖ-ਵੱਖ ਕਵੀਆਂ ਨੂੰ, ਇਤਿਹਾਸਕਾਰਾਂ, ਗ੍ਰੰਥਾਂ ਨੂੰ ਪੜ੍ਹ ਕੇ ਤੇ ਜਿਹੜਾ ਨਿਚੋੜ ਕੱਢਣਾ ਉਹ ਸੰਗਤ ਦੇ ਸਾਹਮਣੇ ਕਿਸ ਤਰ੍ਹਾਂ ਪੇਸ਼ ਕਰਨਾ, ਕੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ? ਅਸੀਂ ਤੁਹਾਡੇ ਪਾਸ ਉਹ ਵਿਸ਼ਾ ਹੀ ਹੈ, ਤੁਹਾਨੂੰ ਬੁਲਾਇਆ ਕਿਸ ਗੱਲ ਵਾਸਤੇ, ਕਿਸ ਗਰੁੱਪ 'ਤੇ ਬੁਲਾਇਆ, ਕਿਸ ਜੋੜ ਮੇਲੇ 'ਤੇ ਬੁਲਾਇਆ ਹੈ ਜੀ, ਉਹਦੀ ਗੱਲ ਕਰਨੀ ਹੈ। ਫਿਰ ਤੁਸੀਂ ਜਾਣ ਤੋਂ ਪਹਿਲਾਂ ਤੁਹਾਡੀ ਇਹ ਤਿਆਰੀ ਹੋਣੀ ਚਾਹੀਦੀ ਹੈ ਜੀ। ਉਹਦੇ ਵਿੱਚ ਕਈ ਵਾਰੀ ਕੋਈ ਸਮਾਂ ਹੁੰਦਾ, ਇਸ ਸਮੇਂ ਆਹ ਮਹੀਨੇ ਹੋਈ ਹੈ, ਜੇ ਤੁਹਾਡੇ ਕੋਲੇ ਉਹ ਸਮਾਂ ਹੈ, ਤੁਹਾਡੇ ਜਿਹਨ ਦੇ ਵਿੱਚ ਹੈ, ਤਾਂ ਤੁਹਾਡੀ ਵੈਲਿਊ ਬਣਾਏਗਾ ਜੀ। ਉਹ ਜ਼ਰੂਰ ਤੁਹਾਨੂੰ ਦੱਸੇਗਾ ਵੀ ਹਾਂ ਇਹਦੀ ਪ੍ਰਚਾਰਕ ਦੀ ਖੋਜ ਕੀਤੀ ਹੈ। ਪਰ ਕਈ ਵਾਰੀ ਇੱਕ ਗੱਲ 'ਤੇ ਪੱਕਾ ਹੋਣ ਵਾਸਤੇ ਸਾਨੂੰ ਇੱਕ ਨਹੀਂ ਕਈ ਗ੍ਰੰਥ ਪੜ੍ਹਨੇ ਪੈਂਦੇ ਜੀ। ਬਹੁਤ ਜੇ ਫਰਜ਼ ਕੀਤਾ ਤੁਸੀਂ ਕਿਸੇ ਘਟਨਾ ਨੂੰ ਦੇਖਣਾ ਤਾਂ ਉਹਦੇ ਵਿੱਚ ਤੁਸੀਂ ਘੱਟੋ ਘੱਟ 3 ਗ੍ਰੰਥ ਦੇਖੋ, ਨਹੀਂ 5 ਦੇਖੋ। ਜੇ 2 ਵੇਖੋਗੇ, ਇੱਕ ਦੀ ਇੱਕ ਰਹਿ ਕੇ ਦੂਜੇ ਉੱਤੇ ਤੁਸੀਂ ਫੈਸਲਾ ਨਹੀਂ ਕਰ ਸਕੋਗੇ ਜੀ। ਤੁਹਾਨੂੰ ਆਮ ਤੌਰ 'ਤੇ ਸਾਹਿਤਕਾਰਾਂ ਦਾ, ਇਤਿਹਾਸਕਾਰਾਂ ਦਾ, ਸਾਡੇ ਮਹਾਨ ਇਤਿਹਾਸਕਾਰ ਹੋਏ, ਮੈਂ ਮੋਸਟਲੀ ਜ਼ਿਆਦਾਤਰ ਕਵੀ ਸੰਤੋਖ ਸਿੰਘ ਜੀ ਨੂੰ ਪੜ੍ਹਦਾ, ਉਹਨਾਂ ਦਾ ਗੁਰਪ੍ਰਤਾਪ ਸੂਰਜ ਨੂੰ, ਭਾਈ ਵੀਰ ਸਿੰਘ ਨੂੰ ਮੈਂ ਦੇਖਦਾ, ਭਾਈ ਕਾਹਨ ਸਿੰਘ ਨਾਭਾ ਨੂੰ ਦੇਖਦਾ। ਇਹਨਾਂ ਦੇ ਵਿੱਚੋਂ ਸਾਨੂੰ ਮਤਲਬ ਬਹੁਤ ਸਾਰੇ ਤੱਤ ਮਿਲ ਜਾਂਦੇ। ਪਰ ਫਿਰ ਵੀ ਕਈ ਵਾਰੀ ਸਮਾਜ ਕਹਿ ਦਿੰਦਾ ਜੀ ਗੱਲ ਹਜ਼ਮ ਨਹੀਂ ਹੁੰਦੀ। ਫਿਰ ਇਹ ਗੱਲ ਨੂੰ ਹਜ਼ਮ ਕਰਨ ਵਾਸਤੇ ਤੁਹਾਡੇ ਕੋਲ ਇੱਕੋ ਹੀ ਇੱਕ ਤਰੀਕਾ ਹੈ, ਤੁਸੀਂ ਆਪਣੀ ਗੱਲ ਕਹੋ ਤੇ ਇਤਿਹਾਸ ਦੇ ਬਾਰੇ ਫਲਾਣਾ ਇਤਿਹਾਸ ਇੰਨੇ ਪੇਜ ਦੇ ਉੱਤੇ ਆਹ ਗੱਲ ਕਹਿ ਰਹੇ, ਤੁਸੀਂ ਮੁਕਤ ਹੋ ਜਾਂਦੇ। ਯਾਨੀ ਜਦ ਅਸੀਂ ਢਾਡੀ ਜਥੇ ਦੀ ਗੱਲ ਕਰਦੇ ਜੀ, ਤੇ ਆਮ ਤੌਰ ਤੇ ਉਹੀ ਪ੍ਰਚਾਰਕ ਜਾਂ ਉਹੀ ਜਥੇ ਸਫਲ ਹੁੰਦੇ ਨੇ ਜਿਨ੍ਹਾਂ ਕੋਲ ਆਪਣੀ ਕਵਿਤਾ ਹੋਵੇ ਜੀ। ਤੁਸੀਂ ਇੱਕ ਚੰਗੇ ਕਵੀ ਸੀ ਪਹਿਲਾਂ ਹੀ, ਤੇ ਉਸ ਤੋਂ ਬਾਅਦ ਜਦ ਤੁਸੀਂ ਢਾਡੀ ਬਣ ਗਏ ਤੇ ਫਿਰ ਤੁਹਾਨੂੰ ਲਿਖਣ ਪੱਖੋਂ ਕੋਈ ਦਿੱਕਤ ਨਹੀਂ ਆਈ? ਨਹੀਂ ਜੀ। ਤੇ ਤੁਸੀਂ ਕਵਿਤਾ ਜਿਹੜੀ ਲਿਖੀ ਜੀ, ਉਹਦਾ ਵਿਸ਼ਾ ਕੀ ਰੱਖਿਆ? ਵੀਰ ਰਸ, ਕਰੁਣਾ ਰਸ ਜਾਂ ਕੋਈ ਹੋਰ ਰਸ? ਦੇਖੋ ਜੀ, ਵੀਰ ਰਸ ਤਾਂ ਢਾਡੀ ਕਲਾ ਦਾ ਇੱਕ ਸਰਮੌਰ ਚੀਜ਼ ਹੈ ਜੀ। ਇਸ ਤੋਂ ਬਿਨਾਂ ਤਾਂ ਢਾਡੀ ਜਾਂਦੀ ਹੈ ਕੋਈ ਫੇਰ ਹੀ ਹੈ ਜੀ, ਮਾਫੀ ਚਾਹੀਦੀ ਹੈ। ਫਿਰ ਇਹਦੇ ਵਿੱਚ ਤੁਸੀਂ ਭਗਤੀ ਰਸ ਜਿਹੜਾ ਫਰਜ਼ ਕੀਤਾ, ਸ਼ਾਮ ਦਾ ਟਾਈਮ ਦਿੱਤਾ ਸਟੇਜ 'ਤੇ ਬੋਲਣ ਦਾ ਜੀ, ਤੁਹਾਨੂੰ ਉੱਥੇ ਭਗਤੀ ਰਸ ਚਾਹੀਦੀ। ਜੇ ਤੁਸੀਂ ਮਤਲਬ ਵੀ ਰਾਤ ਨੂੰ ਬੁਲਾਉਣਾ ਹੈ ਤੇ ਕਈ ਵਾਰੀ ਸੰਗਤ ਨੂੰ ਦੇਖਣਾ ਪੈਣਾ। ਪ੍ਰਿੰਸੀਪਲ ਰੰਗਾ ਸਿੰਘ ਜੀ ਬੋਲਦੇ ਆ ਕਿ ਸੰਗਤ ਨੂੰ ਦੇਖੋ ਜੀ, ਲੋਕਾਂ ਨੂੰ ਦੇਖੋ, ਜਨਤਾ ਵਿੱਚ ਕਿਵੇਂ ਬੋਲੀਏ। ਜਿਹੜੇ ਪ੍ਰਚਾਰਕ ਨੇ, ਪ੍ਰਚਾਰਕ ਬਣਨਾ, ਮੈਂ ਕਹਿੰਦਾ ਪ੍ਰਿੰਸੀਪਲ ਰੰਗਾ ਸਿੰਘ ਜੀ ਉੱਥੇ ਜਨਤਾ ਵਿੱਚ ਕਿਵੇਂ ਬੋਲੀਏ ਪੜ੍ਹਨੀ ਚਾਹੀਦੀ ਜੀ, ਬਹੁਤ ਜ਼ਰੂਰੀ ਹੈ। ਕਿਉਂ ਸਾਨੂੰ ਇਸ਼ਾਰੇ ਕਰਨ ਦੱਸਦੇ ਆ, ਹਾਂ ਪਾਵਰ ਰਿਪੀਟ ਕਰਨੀ, ਗੱਲ ਨੂੰ ਨਹੀਂ ਕਰਨਾ, ਕਿਉਂ ਹਰ ਦਿਨ ਸਮਝਾਉਂਦੇ ਹੋ, ਉਹਨਾਂ ਨੂੰ ਫੋਲੋ ਕਰਨਾ ਪੈਂਦਾ। ਕਿਉਂਕਿ ਉਹ ਜਦੋਂ ਤੁਸੀਂ ਸਟੇਜ 'ਤੇ ਜਾਂਦੇ ਆ, ਉਹ ਸਾਰਾ ਡਾਟਾ ਤੁਹਾਡੇ ਦਿਮਾਗ 'ਚ ਫੀਡ ਹੋਣਾ ਚਾਹੀਦਾ। ਜਿਵੇਂ ਪਬਲਿਕ 'ਚ ਪਹਿਲੀ ਵਾਰ ਜਾ ਨਵੀਂ ਸੰਗਤ ਜਾ ਰਹੀ, ਉੱਥੇ ਫਿਰ ਤੁਹਾਨੂੰ ਜਿਹੜਾ ਉਹਨਾਂ ਨੇ ਤਕਰੀਬਨ ਜੋ ਬੋਲਣ ਵਾਸਤੇ ਕਿਹਾ ਵਿਸ਼ਾ ਉਹੀ ਲੈਣਾ ਪੈਂਦਾ। ਉਹਦੇ ਵਿੱਚ ਹੁਣ ਤੁਸੀਂ ਦੇਖੋ, ਜਿਵੇਂ ਦੁਪਹਿਰ ਦਾ ਸਮਾਂ, ਹੁਣ ਇਹ ਤਲੰਗ ਦਾ ਸਮਾਂ ਤਕਰੀਬਨ 3 ਵਜੇ ਤੱਕ ਚੱਲਦਾ। ਇਹਦੇ ਵਿੱਚ ਤੁਹਾਨੂੰ ਲੀਰਸੀ 12 ਕਹਿਣੀ ਪੈਣੀ। ਹੁਣ ਟਾਈਮ ਦੇ ਹਿਸਾਬ ਨਾਲ ਜਿਹੜਾ ਬੁਲਾਰਾ ਬੋਲਦਾ ਉਹਦੀ ਤਕਰੀਬਨ ਸਟੇਜ ਦੇ ਉੱਤੇ ਵਾਹਵਾ ਹੋ ਜਾਂਦੀ ਹੈ। ਮੈਨੂੰ ਇੱਕ ਚੇਤੇ ਗੱਲ ਹੁੰਦੀ ਹੈ, ਘਨੌਰ ਮੈਂ ਗਿਆ ਪ੍ਰੋਗਰਾਮ ਵਾਸਤੇ, ਅਤੇ ਉੱਥੇ ਬੀਬੀਆਂ ਦਾ ਜੱਥਾ ਸੀ, ਉਹਨਾਂ ਨੇ 12 ਲਾਈਆਂ, ਅਤੇ ਮੈਨੂੰ ਪਰ ਸਟੇਜ ਸਕੱਤਰ ਕਹਿੰਦੇ ਪੰਖੇਰੂ ਸਾਹਿਬ ਇੱਥੋਂ ਹੀ ਚੱਕ ਦਿਓ,
ਜੀ। ਮੈਂ ਕਿਹਾ ਨਹੀਂ ਜੀ, ਮੈਂ ਪੜ੍ਹ ਕੇ ਉਹ ਵਿਦਵਾਨਾਂ ਦੀ ਸੋਚ ਸੁਣ ਕੇ, ਪ੍ਰਚਾਰ ਸੁਣ ਕੇ ਫੇਰ ਢਾਡੀ ਬਣਿਆ। ਮੈਂ ਕਿਹਾ ਮੈਂ ਬਾਹਰ ਨਹੀਂ ਲਾਉਣੀ। ਮੈਂ ਉੱਥੇ ਭਗਤੀ ਦੀ ਗੱਲ ਸ਼ੁਰੂ ਕੀਤੀ, ਜਿੱਥੇ ਪੌਣਾ ਘੰਟਾ ਸੀ ਉੱਥੇ ਮੇਰੇ ਕੋਲ ਪੌਣੇ 2 ਘੰਟੇ ਪ੍ਰਸੰਗ ਸੁਣਿਆ। ਕਹਿਣ ਤੋਂ ਭਾਵ ਸਮੇਂ ਦੇ ਹਿਸਾਬ ਨਾਲ ਜਿਹੜੀ ਅਕਸਰ ਰਸ ਹੈ ਨਾ ਜੀ, ਇਹ ਵੀ ਸਮੇਂ ਦੇ ਨਾਲ ਵੱਡੇ ਹੈ ਜੀ। ਸਮੇਂ ਦੇ ਹਿਸਾਬ ਨਾਲ ਰਸ ਆਉਂਦੇ। ਜੇ ਤੁਸੀਂ ਉਸ ਸਮੇਂ ਦੇ ਨਾਲ, ਹੁਣ ਭਗਤੀ ਦਾ ਸਮਾਂ ਉੱਥੇ ਵੀਰ ਰਸ ਲਾਓਗੇ, ਰਹਿਰਾ ਸਾਹਿਬ ਦੇ ਪਾਸ ਤੋਂ ਜੇ ਲਾਓਗੇ ਤੁਸੀਂ ਉੱਥੇ ਭਗਤੀ ਦਾ ਸਮਾਂ, ਜਾਂ ਫਿਰ ਤੁਸੀਂ ਦੇਖੋ ਵੀ ਸੰਗਤ ਨੂੰ ਜੇ ਉਪਰਾਮਤਾ ਜੀ ਆ ਰਹੀ ਹੈ ਤੇ ਜਾਇਜ਼ ਹੋਵੇ ਵੀ ਤੁਸੀਂ ਕੁਝ ਥੋੜਾ ਬਹੁਤ ਹਾਸੇ ਦੀ ਵੀ ਗੱਲ ਕਰ ਸਕਦੇ ਜੀ। ਆ। ਪਰ ਇਹ ਨਹੀਂ ਵੀ ਪੰਚਮ ਪਾਤਸ਼ਾਹ ਦਾ ਸ਼ਹੀਦ ਜੋੜ ਲਾਓ, ਛੋਟੇ ਸਾਹਿਬ ਦਾ ਸ਼ਹੀਦ ਜੋੜ ਲਾਓ ਤੇ ਉਸ ਛੋਟੇ ਤੇ ਸਲਾਈ ਜਾਓ, ਉੱਥੇ ਤੁਹਾਡੀ ਇਨਸਲਟ ਹੀ ਹੋਊਗੀ, ਤੁਹਾਡੀ ਇੱਜ਼ਤ ਨਹੀਂ ਜੀ। ਗਿਆਨੀ ਜੀ, ਜਦ ਆਪਾਂ ਗੱਲ ਕਰਦੇ ਹਾਂ ਕਿ ਸਿੱਖੀ ਦੇ ਵਿੱਚ ਵੀਰ ਰਸ ਵੀ ਹੈ, ਜੰਗ ਯੁੱਧ ਵੀ ਹੋਏ ਨੇ, ਇਤਿਹਾਸ ਸਿੱਖੀ ਵਿੱਚ ਸੂਰਮਗਤੀ ਨਾਲ ਭਰਿਆ ਪਿਆ। ਜੀ ਜੀ। ਤਾਂ ਢਾਡੀਆਂ ਦਾ ਕੰਮ ਮੁੱਖ ਤੌਰ ਤੇ ਵੀਰ ਰਸੀ ਵਾਰਾਂ ਗਾਉਣਾ। ਜੀ ਜੀ। ਇਸ ਤੋਂ ਇਲਾਵਾ ਦਿਨ ਬ ਦਿਨ ਅੱਜ ਤੱਕ ਢਾਡੀ ਕਲਾ ਦਾ ਖੇਤਰ ਵਿਸ਼ਾਲ ਹੁੰਦਾ ਗਿਆ। ਜੀ ਜੀ। ਇਹਦੇ ਵਿੱਚ ਗੁਰੂ ਤੇ ਸਿੱਖ ਦੇ ਪ੍ਰੇਮ ਦੇ ਰਿਸ਼ਤੇ ਦੀ ਗੱਲ ਵੀ ਢਾਡੀ ਦੇ ਨੇ ਬਖੂਬੀ ਕੀਤੀ ਹੈ। ਬਿਲਕੁਲ ਕੀਤੀ। ਔਰ ਇਸ ਤਰੀਕੇ ਨਾਲ ਕੀਤੀ ਕਿ ਸੰਗਤ ਮੰਤਰਮੁਗਧ ਹੋ ਕੇ ਘੰਟਿਆਂ ਬੱਧੀ ਸੁਣਦੀ ਰਹੀ। ਜੀ। ਤੇ ਨਾਲੋਂ ਨਾਲ ਸ਼ਹੀਦੀ ਸਾਕੇ ਵੀ ਜਥੇ ਗਾਉਂਦੇ ਨੇ। ਤੇ ਤੁਸੀਂ ਇੱਕ, ਮੈਂ ਸਮਝਦਾ ਕਿ ਜਿਹੜੇ ਗੁਰੂ ਤੇ ਸਿੱਖ ਦੇ ਪ੍ਰੇਮ ਦੇ ਰਿਸ਼ਤੇ ਤੁਸੀਂ ਬਹੁਤ ਕਮਾਲ ਦੇ ਤਰੀਕੇ ਨਾਲ ਸੰਗਤ ਦੇ ਸਾਹਮਣੇ ਪੇਸ਼ ਕੀਤੇ ਨੇ। ਜਿਹੜੇ ਉਹ ਪ੍ਰਸੰਗ ਲਿਖੇ ਨੇ, ਕਵਿਤਾ ਵੀ ਬਹੁਤ ਭਾਵਪੂਰਤ ਨੇ, ਸ਼ੈਲੀ ਤੁਹਾਡੀ ਸ਼ਬਦਾਵਲੀ ਬੜੀ ਕਮਾਲ ਦੀ ਹੈ। ਤੇ ਜਿਹੜੇ ਤੁਸੀਂ ਇਹ ਗੁਰੂ ਤੇ ਸਿੱਖ ਦੇ ਪਿਆਰ ਦੇ ਰਿਸ਼ਤੇ ਜੀ ਜੀ ਆਪਣੇ ਕਲਮ ਨਾਲ ਲਿਖੇ ਨੇ, ਉਹਨਾਂ ਵਿੱਚ ਕਿਹੜੇ ਪ੍ਰਸੰਗ ਨੇ ਜਿਹੜੇ ਤੁਸੀਂ ਆਮ ਤੌਰ ਤੇ ਸੰਗਤ ਦੇ ਨਾਲ ਸਾਂਝੇ ਕਰਦੇ ਹੋ? ਦੇਖੋ ਜੀ, ਪ੍ਰਸੰਗ ਤੇ ਜੱਜ ਸਾਹਿਬ ਬਹੁਤ ਹੈ ਜੀ, ਪਰ ਫਿਰ ਵੀ ਮੈਂ ਛੇਵੇਂ ਪਾਤਸ਼ਾਹ ਦਾ ਜਿਸ ਤਰ੍ਹਾਂ ਦਾ ਭਾਈ ਰੂਪੇ ਦਾ ਪ੍ਰਸੰਗ ਹੈਗਾ, ਇੱਕ ਪਿਆਰ ਹੈ। ਪਿਆਰ ਨੇ ਇਹ ਦੱਸਿਆ ਵੀ ਇਹ ਪਾਣੀ ਠੰਡਾ ਹੈ ਜੀ, ਇਹ ਤਾਂ ਗੁਰੂ ਸਾਹਿਬ ਦੇ ਯੋਗ ਹੈ। ਜੀ, ਜਦੋਂ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਗਏ, ਸਾਡੀ ਸਭ ਚੀਜ਼ ਹੀ ਗੁਰੂ ਸਾਹਿਬ ਦੇ ਵਾਸਤੇ, ਜੀ, ਜੀਵਨ ਉਹਨਾਂ ਦਾ ਹੈ, ਅਸੀਂ ਖਾਣ ਪਾਣ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਲੈ ਰਹੇ ਹਾਂ, ਉਹਦੀ ਪ੍ਰਾਪਤੀ ਜੋ ਹੋ ਰਹੀ ਹੈ ਉਹਦੇ ਵਾਸਤੇ ਉਹ ਵੀ ਗੁਰੂ ਸਾਹਿਬ ਦੇਣ ਹੈ। ਆਪਾਂ ਗੁਰੂ ਦੇ ਵਾਸਤੇ ਜਦੋਂ ਮੱਥਾ ਟੇਕਣ ਲੱਗਦੇ ਆ, ਕਈ ਭਾਲਦੇ ਆ ਵੀ ਪੁਰਾਣਾ ਨੋਟ ਕਿਹੜਾ, ਉਹ ਗੁਰੂ ਦੇਣ ਜੀ, ਤੇ ਕਈ ਕਹਿੰਦੇ ਵੀ ਨਵਾਂ ਨੋਟ ਦੇਣਾ। ਹੁਣ ਨਵੇਂ ਨੋਟ ਨਾਲ ਦੀ ਜਿਹੜੀ ਭਾਵਨਾ ਹੈ ਉਹਦੇ ਵਿੱਚ ਆਪਣੇ ਉਹਦੇ ਦਰਸ਼ਨ ਜਿਹੜੀ ਹੈ ਨਾ, ਉਹ ਭਾਵਨਾ ਉਹਦੀ ਉੱਪਰ ਕੀ ਹੁੰਦੀ ਹੈ ਵੀ ਨਾ ਮੈਂ ਇਹ ਕੰਮ ਨਹੀਂ ਕਰਾਂ। ਜਿਵੇਂ ਭਾਈ ਰੂਪੇ ਵਿੱਚ ਉਹਨੇ ਕਿਹਾ ਵੀ ਇਹ ਪਾਣੀ ਗੁਰੂ ਸਾਹਿਬ ਦੇ ਪੀਣ ਯੋਗ ਹੈ। ਹੁਣ ਦੇਖੋ 48 ਮੀਲ ਦਾ ਪੈਂਡਾ ਤੈਅ ਕਰਕੇ ਹੁਣ ਗੁਰੂ ਤੇ ਪਿਆਰ ਦੇ ਰਿਸ਼ਤੇ ਜੀ। ਪਰਉਪਕਾਰੀ ਗੁਰੂ ਸੂਰਮਾ ਹੈ, ਸੂਰਮਾ ਵੀ ਹੈ, ਪਰਉਪਕਾਰੀ ਵੀ ਹੈ। ਔਰ ਉਸ ਪਰਉਪਕਾਰੀ ਗੁਰੂ ਨੇ ਜਾ ਕੇ ਦੁਪਹਿਰ ਦੇ ਵਕਤ ਪਾਣੀ ਛਕਿਆ ਤੇ ਫਿਰ ਇਸ ਪਿਆਰ ਦੇ ਵਿੱਚ ਦਿੱਤਾ ਕਿ ਇੱਕ ਪਿੰਡ ਦਿੱਤਾ ਗੁਰੂ ਸਾਹਿਬ ਨੇ, ਭਾਈ ਰੂਪੇ ਜੀ। ਇਹ ਪਿਆਰ ਦੀ ਗੱਲ ਹੈ। ਹੁਣ ਜੇ ਹੋਰ ਬਹੁਤ ਸਾਰੀਆਂ ਸਾਖੀਆਂ ਇਹ ਪਿਆਰ ਦੀਆਂ, ਜਿਵੇਂ ਹੁਣ ਭਾਈ ਤਲੋਕਾ ਜੀ ਹੈ, ਭਾਈ ਕਟਾਰੂ ਜੀ ਹੈ, ਕੋਈ ਗਜੇ 'ਚ ਬੈਠਾ ਹੈ, ਕੋਈ ਕਾਬਲ 'ਚ ਬੈਠਾ ਹੈ, ਤੇ ਉਹ ਸ਼ਬਦ ਹੈ ਸਿੱਖ ਦੀ। ਜੇ ਸਿੱਖ ਨੇ ਸ਼ਬਦ ਰੱਖੀ ਮੇਰਾ ਵੱਟਾ ਘੱਟ ਹੈ, ਮੈਨੂੰ ਗ੍ਰਿਫਤਾਰ ਕੀਤਾ ਹੈ, ਇਹਦੇ 'ਚ ਬੇਇੱਜ਼ਤੀ ਕਿਹਦੀ ਹੋ? ਗੁਰੂ ਸਾਹਿਬ ਦੀ ਵਡਿਆਈ ਨੂੰ ਵੀ ਲੋਕੀ ਨੀਵਾਂ ਕਰ ਦੇਣਗੇ ਜੇ ਮੇਰੀ ਅੱਜ ਵੱਟੇ ਘੱਟ ਖੁੱਲ੍ਹ ਗਏ। ਉੱਥੋਂ ਕਹਿੰਦੇ ਕਿ ਸਿੱਖ ਨੇ ਅਰਦਾਸ ਕੀਤੀ, ਜੋ ਅਰਦਾਸ ਕੀਤੀ ਪਰਮਾਤਮਾ ਦੇ ਦਰ ਤੇ ਪ੍ਰਭੂ ਮੈਂ ਸਭ ਸੰਤੋਖ ਹੋਵੇ ਤਾਂ ਅਰਦਾਸ ਪੂਰੀ ਹੋਈ ਤਾਂ ਵੱਟੇ ਪੂਰੇ ਕਰ। ਭਾਈ ਕਟਾਰੂ ਜੀ ਹੈ, ਭਾਈ ਤਲੋਕਾ ਜੀ ਹੈ, ਤੁਹਾਨੂੰ ਪਤਾ ਵੀ ਇਹ ਆਮ ਤੌਰ ਤੇ ਮਿਲਦੀਆਂ ਵੀ ਗੁਰੂ ਦੇ ਉੱਤੇ ਭਰੋਸਾ ਰੱਖਣ ਤੋਂ ਬਾਅਦ ਪੂਰਨ ਤੌਰ ਤੇ ਭਰੋਸਾ ਰੱਖਿਆ ਤੇ ਗੁਰੂ ਨੇ ਉਹਨਾਂ ਦੀ ਜਾ ਕੇ ਆਪ ਮਦਦ ਕੀਤੀ, ਆਪ ਖੜੇ ਹੋਏ। ਗਿਆਨੀ ਜੀ, ਜਦ ਅਸੀਂ ਗੱਲ ਕਰਦੇ ਹਾਂ, ਸਾਡੇ ਸਮਾਜ ਅੰਦਰ ਕੁਝ ਲੋਕ ਅਜਿਹੇ ਵੀ ਨੇ ਜਿਹੜੇ ਵੀਰ ਅਸੀਂ ਵਾਰਾਂ ਸੁਣ ਕੇ ਬਹੁਤ ਖੁਸ਼ ਨਹੀਂ ਹੁੰਦੇ। ਉਹ ਸੋਚਦੇ ਨੇ ਕਿ ਵੀਰ ਅਸੀਂ ਵਾਰਾਂ ਜੰਗਾਂ ਯੁੱਧਾਂ ਦੀਆਂ ਗੱਲਾਂ ਠੀਕ ਹੈ, ਸੁਣਾਉਣੀਆਂ ਚਾਹੀਦੀਆਂ ਨੇ, ਪਰ ਹਰ ਵਕਤ ਹੀ ਇਹ ਗੱਲ ਕਰੀ ਜਾਣੀ ਇਹ ਵੀ ਠੀਕ ਨਹੀਂ। ਤੇ ਪ੍ਰੇਮ ਦਾ ਜਿਹੜਾ ਸੰਬੰਧ ਹੈ ਜੀ ਗੁਰੂ ਤੇ ਸਿੱਖ ਦੇ ਪ੍ਰੇਮ ਦੀ ਗੱਲ ਜਦੋਂ ਸਟੇਜ ਤੇ ਕੋਈ ਢਾਡੀ ਕਰਦਾ, ਤੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਹੜੀ ਸ਼ਹਿਰਾਂ ਵਾਲੀ ਸੰਗਤ ਹੈ, ਸ਼ਹਿਰਾਂ ਵਿੱਚ ਢਾਡੀਆਂ ਨੂੰ ਬਹੁਤ ਘੱਟ ਬੁਲਾਇਆ ਜਾਂਦਾ ਹੈ। ਤੇ ਉਹ ਕਾਰਨ ਇਹੀ ਹੋ ਕਿ ਉਹ ਕੀਰਤਨ ਸੁਣਦੇ ਨੇ, ਕਥਾ ਸੁਣਦੇ ਨੇ, ਤੇ ਆਮ ਤੌਰ ਤੇ ਉਹ ਕਹਿੰਦੇ ਨੇ ਢਾਡੀ ਕੇਵਲ ਜੰਗਾਂ ਯੁੱਧਾਂ ਦੀ ਗੱਲ ਕਰਦੇ ਨੇ। ਕੀ ਤੁਸੀਂ ਕਦੇ ਸ਼ਹਿਰੀ ਸਟੇਜ ਉੱਪਰ ਗੁਰੂ ਤੇ ਸਿੱਖ ਦੇ ਪ੍ਰੇਮ ਦਾ ਪ੍ਰਸੰਗ ਬੋਲਿਆ ਹੋਵੇ ਤੇ ਕਿਸ ਤਰ੍ਹਾਂ ਦਾ ਮਾਹੌਲ, ਸੰਗਤ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਮਿਲਿਆ? ਬਹੁਤ ਵਧੀਆ ਤੁਹਾਡਾ ਸਵਾਲ ਜੀ। ਮੈਂ ਸੰਗਰੂਰ ਇਸਲਾਮੀ ਗੇਟ ਗੁਰਦੁਆਰਾ ਸਾਹਿਬ ਹੈ, ਉੱਥੇ ਮੈਂ ਪ੍ਰੋਗਰਾਮ ਵਾਸਤੇ ਗਿਆ। ਉੱਥੇ ਰਾਗੀ ਸਿੰਘ ਆਏ ਸੀ ਤੇ ਪਹਿਲੀ ਵਾਰ ਮੈਂ ਉੱਥੇ ਪਹੁੰਚਿਆ ਜੀ, ਜਿਹੜੇ ਕੰਮ ਸੀ ਗਿਆ ਸੀਗਾ, ਮੈਂ ਉਹਨਾਂ ਦੇ ਬੁਲਾਵੇ 'ਤੇ ਗਿਆ। ਤੇ ਮੈਂ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ, ਪ੍ਰੋਗਰਾਮ ਲਾਇਆ, 10ਵੇਂ ਪਾਤਸ਼ਾਹ ਦੇ ਪਿਆਰ ਦੀ ਗੱਲ ਕੀਤੀ,
ਭਾਈ ਆਪਣੇ ਭੀਖਾ ਸ਼ਾਹਰੀ, ਅਤੇ ਫਿਰ ਉਸ ਤੋਂ ਬਾਅਦ ਉੱਥੋਂ ਦੀਆਂ ਸੰਗਤਾਂ ਦੀ ਮਾਤਾ ਸਬਰੀ ਦੇਵੀ, ਮਾਤਾ ਮੈਣੀ ਜੀ ਦੀ ਗੱਲ ਕੀਤੀ। ਜਦ ਕਿ ਇੰਨਾ ਉੱਥੇ ਰਸ ਬਣਿਆ ਕਿ ਮੁੜ ਕੇ ਮੇਰਾ ਟਾਈਮ ਜਦੋਂ ਪੂਰਾ ਹੋਇਆ ਅਤੇ ਮੈਨੂੰ ਸਕੱਤਰ ਨੇ ਆਖਿਆ ਵੀ ਤੁਹਾਡੇ 5 ਮਿੰਟ ਰਹਿ ਗਏ, ਕਲੋਜ਼ ਕਰ ਦਿਓ। ਜਦੋਂ ਮੈਂ ਕਲੋਜ਼ ਕਰਕੇ ਉਤਰਨ ਲੱਗਾ ਅਤੇ ਬਾਹਰ ਸੰਗਤ ਨਾਅਰੇਬਾਜ਼ੀ ਕਰਨ ਲੱਗੀ। ਉਹ ਕਹਿੰਦੇ ਢਾਡੀ ਜਿੱਥੇ ਲਾਇਆ ਜਾਵੇ, ਅਸੀਂ ਨਹੀਂ ਚਾਹੁੰਦਾ। ਉਹ ਕਹਿੰਦੇ ਢਾਡੀ ਜਿੱਥੇ ਲਾਓ, ਇੱਕ ਕਹਿੰਦੇ ਢਾਡੀ ਜਿੱਥੇ, ਦੂਜੇ ਕਹਿੰਦੇ ਲਾਇਆ ਜਾਵੇ। ਰਾਗੀ ਸਿੰਘ ਨੂੰ ਮੈਂ ਫਿਰ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਸਾਧ ਸੰਗਤ ਜੀ ਬੈਠੋ, ਮੈਂ ਤੁਹਾਨੂੰ ਰਾਗੀ ਸਿੰਘਾਂ ਤੋਂ ਸਾਡੇ ਮਹਾਨ ਰਾਗੀ ਹੈ, ਕੀਰਤਨ ਮਹਾਨ ਹੈ ਔਰ ਇਤਿਹਾਸ ਕੀਰਤਨ ਜਿੱਥੇ ਹੈ ਉੱਥੇ ਸਾਡੇ ਕੋਲ ਇਤਿਹਾਸ ਵੀ ਬਹੁਤ ਜ਼ਰੂਰੀ ਹੈ। ਇਤਿਹਾਸ ਜਿਨ੍ਹਾਂ ਦੀ ਵਜ੍ਹਾ ਨਾਲ ਕੀਰਤੀ ਸੰਸਾਰ 'ਤੇ ਆਈ ਹੈ ਅਤੇ ਕੀਰਤੀ ਨੂੰ ਉਹਨਾਂ ਨੇ ਉਜਾਗਰ ਕੀਤਾ ਹੈ, ਆਪਾਂ ਉਹਨਾਂ ਪਾਤਸ਼ਾਹ ਦੀ ਗੱਲ ਕਰਦੇ ਹਾਂ। ਪਹਿਲਾਂ ਮੈਂ ਕਿਹਾ ਪਾਤਸ਼ਾਹ ਦਾ ਕੀਰਤਨ ਸਰਵਣ ਕਰ ਲਓ, ਇਹ ਰਾਗੀ ਸਿੰਘ ਵੀ ਬਹੁਤ ਸਨਮਾਨਯੋਗ ਹੈ। ਪਹਿਲਾਂ ਇਹਨਾਂ ਨੂੰ ਸੁਣੋ, ਬਾਅਦ 'ਚ ਮੈਂ ਫਿਰ ਬਾਅਦ 'ਚ ਆਪਣੇ ਜਗ੍ਹਾ ਲੈ ਕੇ ਆਵਾਂਗਾ, ਤਾਂ ਲੋਕ ਟਿਕੇ ਜੀ। ਇਹ ਮਤਲਬ ਸੰਗਤਾਂ ਦਾ ਪਿਆਰ ਹੈ, ਮਤਲਬ ਅਸੀਂ ਜਾਣਦੇ ਹਾਂ। ਹੁਣ ਮੈਂ ਸੱਚੀ ਗੱਲ ਇਹ ਮੈਂ ਇਤਿਹਾਸ ਦੀ ਗੱਲ ਚੱਲੀ, ਤੁਸੀਂ ਮੈਂ ਕਟਕੋਟੀ ਸਾਹਿਬ ਹੋ ਰਿਹਾ ਸੀ, ਮੈਂ ਪ੍ਰੋਮੋ ਲਾ ਕੇ 18 ਦੇ ਵਿੱਚ 17 ਦੇ ਵਿੱਚੋਂ ਆਇਆ ਅਤੇ ਸਵੇਰੇ ਜੋ ਤੁਰਨ ਲੱਗੇ ਗੱਡੀ ਟ੍ਰੇਨ ਫੜਨੀ ਸੀ ਭੁਵਨੇਸ਼ਵਰ ਤੋਂ, ਅਤੇ ਬੀਬੀਆਂ ਦੀ ਸੰਗਤ ਆ ਗਈ, ਕਹਿੰਦੇ ਵੀਰ ਜੀ ਗੱਲ ਕਰਨੀ। ਮੈਂ ਦੱਸੋ ਮਾਤਾ ਜੀ ਭੈਣ ਨੂੰ ਕੀ ਕਹਿਣਾ ਚਾਹੁੰਦੇ ਹੋ, ਭੁੱਲ ਹੋਈ ਤਾਂ ਖਿਮਾ ਕਰਦੇ। ਨਹੀਂ ਕਹਿੰਦੀ ਸੰਗਤ ਕਦੇ ਕਹੇ ਜਾਂ ਨਾ ਕਹੇ, ਕਮੇਟੀ ਕਹੇ ਜਾਂ ਨਾ ਕਹੇ, ਸਾਡਾ ਅਗਾਹ ਸਾਹਿਬ ਵੀ ਹੋਣੀ ਬੁੱਕਰ ਜੀ। ਮੈਂ ਉੱਥੇ ਜਿੰਨੇ ਵੀ ਦੀਵਾਨ ਕੀਤੇ ਹੈ ਉਹਦੇ ਵਿੱਚ ਗੁਰੂ ਦੇ ਪਾਤਸ਼ਾਹ ਪ੍ਰਤੀ ਸ਼ਰਧਾ ਹੈ। ਮੈਂ ਇਹ ਚਾਹੁੰਦਾ ਵੀ ਸਿੱਖ ਦੀ ਸ਼ਰਧਾ ਗੁਰੂ ਦੇ ਪ੍ਰਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਜਿਸ ਨਾਲ ਸਿੱਖ ਜਿਹੜਾ ਗੁਰੂ ਸਮਰਪਿਤ ਹੋ ਜਾਏ ਅਤੇ ਗੁਰੂ ਦਾ ਹੀ ਜਸ ਹੋਵੇ। ਆਪਾਂ ਕੌਣ ਵਿਚਾਰੇ ਹਾਂ, ਆਪਾਂ ਤੇ ਗੁਰੂ ਦੀ ਕਿਰਪਾ ਹੈ। ਹਮਰੂਦ ਤੇ ਕਰਕੇ ਕੋਈ ਬਾਤ ਨਾ ਪੁੱਛਾ, ਗੁਰ ਸਤਿਗੁਰ ਸੰਗ ਕਿਹਨੇ ਹੁੰਦਾ, ਇਹ ਤਾਂ ਗੁਰੂ ਦੀ ਕਿਰਪਾ ਹੈ। ਤਾਂ ਗੁਰੂ ਦੇ ਪਿਆਰ ਨੂੰ ਨਹੀਂ ਛੱਡਣਾ, ਗੁਰੂ ਦੀ ਮਹਾਨਤਾ ਨੂੰ ਦਰਸਾਉਣਾ ਅਤੇ ਗੁਰੂ ਸਿੱਖ ਵਾਸਤੇ ਕਿਵੇਂ ਕਿਰਪਾ ਕਰਦਾ ਹੈ ਅਤੇ ਸਿੱਖ ਕਿਵੇਂ ਗੁਰੂ ਸਾਹਿਬ ਦੇ ਨਾਲ ਪਿਆਰ ਦੇ ਸੰਬੰਧ ਬਣਾਉਂਦਾ ਹੈ। ਇਹ ਗੱਲ ਸੰਗਤ ਦੇ ਵਿੱਚ ਪ੍ਰਚਾਰਾਂਗੇ ਤੁਹਾਡਾ ਮਾਨ ਜੀ। ਗਿਆਨੀ ਜੀ, ਤੁਹਾਡਾ ਜਿਹੜਾ ਤਜਰਬਾ ਢਾਡੀ ਕਲਾ ਪ੍ਰਤੀ ਇੱਕ ਸਰੋਤੇ ਦੇ ਤੌਰ 'ਤੇ ਵੀ ਬਹੁਤ ਹੈ। ਤੁਸੀਂ ਫੌਜ ਵਿੱਚ ਰਹਿੰਦੇ ਆ, ਕਿਉਂਕਿ ਫੌਜ ਵਿੱਚ ਕਾਫੀ ਜੱਥਿਆਂ ਨੂੰ ਬੁਲਾਉਣ ਦਾ ਰੁਝਾਨ ਸੀ, ਤੁਸੀਂ ਬਹੁਤ ਜੱਥੇ ਸੁਣੇ ਹੋਣਗੇ ਜੀ। ਅਤੇ ਅੱਜ ਵੀ ਜਦ ਅਸੀਂ ਪੁਰਾਣੇ ਢਾਡੀ ਪ੍ਰਚਾਰਕਾਂ ਦੀਆਂ ਜਾਂ ਢਾਡੀ ਸਿੰਘਾਂ ਦੀਆਂ ਸਰੰਗੀ ਵਾਦਕਾਂ ਦੀਆਂ ਗੱਲਾਂ ਸੁਣਦੇ ਹਾਂ ਅਤੇ ਦੱਸਣ ਵਾਲੇ ਬੜੇ ਵਾਜਤ ਵਿੱਚ ਆ ਕੇ ਦੱਸਦੇ ਨੇ ਕਿ ਫਲਾਨਾ ਢਾਡੀ ਸਿੰਘ ਰਾਮ ਸਿੰਘ ਝਾਬੇਵਾਲ ਜਾਂ ਗਿਆਨੀਪਾਲ ਸਿੰਘ ਪੰਛੀ ਜੀ, ਦਇਆ ਸਿੰਘ ਦਿਲਬਰ ਜੀ, ਸ਼ੰਕਰ ਸਿੰਘ ਜੀ, ਹੁਸ਼ਿਆਰਪੁਰ ਸ਼ੰਕਰ ਸਿੰਘ ਜੀ ਹੋਏ, ਉਹ ਹੈ। ਫਿਰ ਉਸ ਤੋਂ ਬਾਅਦ ਗੋਲਵਰ ਸਾਹਿਬ ਹੋਏ ਆ, ਫਿਰ ਪਾਕਪੁਰ ਸਾਹਿਬ ਆਏ ਹੈ ਜੀ, ਬੂੜਾ ਸਿੰਘ ਪਾਕਪੁਰ ਸਾਹਿਬ। ਹਾਂ, ਜਿੰਨੇ ਵੀ ਇਹ ਸਾਡੇ ਬਜ਼ੁਰਗ ਸਨ ਜੀ ਜੀ, ਜਦੋਂ ਬੋਲਦੇ ਸਨ ਤੇ ਬੜੇ ਠਰਮੇ ਨਾਲ, ਕਿਉਂਕਿ ਅੱਜ ਗਿਆਨੀ ਜੀ ਇੱਕ ਸੰਗਤ ਦੇ ਵਿੱਚ ਇੱਕ ਸ਼ਾਇਦ ਕਈ ਵਾਰ ਭੁਲੇਖਾ ਜਿਹਾ ਬਣ ਗਿਆ ਕਿ ਸ਼ਾਇਦ ਉੱਚੀ ਕਿੱਲ ਕੇ ਕਿਲਕਾਰੀਆਂ ਮਾਰ ਕੇ ਬੋਲਣਾ ਹੀ ਢਾਡੀ ਕਲਾ। ਉਹ ਬੜੇ ਸਹਿਜ ਨਾਲ, ਬੜੇ ਠੰਮੇ ਨਾਲ ਬੋਲਦੇ ਸਨ। ਤੇ ਗੱਲ ਮੈਂ ਜਿਹੜੀ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਸਟੇਜਾਂ 'ਤੇ ਸੁਣਿਆ ਜੀ, ਤੇ ਉਹ ਸਟੇਜ 'ਤੇ ਜਦੋਂ ਕੋਈ ਪ੍ਰਸੰਗ ਸ਼ੁਰੂ ਕਰਦੇ ਸਨ ਫਿਰ ਪ੍ਰਸੰਗ ਨੂੰ ਨਿਭਾਉਂਦੇ ਸਨ ਜੀ ਜੀ, ਤੇ ਇਸ ਤਰੀਕੇ ਨਾਲ ਨਿਭਾਉਂਦੇ ਸਨ ਕਿ ਸੰਗਤ ਆਸ਼ੀਸ਼ ਕਰ ਉੱਠਦੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਆਪਣੀ ਗੱਲ ਕੀਤੀ ਹੈ। ਤੇ ਤੁਹਾਡਾ ਜਿਹੜੇ ਬਜ਼ੁਰਗਾਂ ਤੋਂ ਤੁਸੀਂ ਕੀ ਸਿੱਖਿਆ ਕਿ ਉਹ ਬਜ਼ੁਰਗ ਕਿਹੋ ਜਿਹੇ ਸਨ? ਕੋਈ ਉਹਨਾਂ ਪੁਰਾਣੇ ਪ੍ਰਚਾਰਕਾਂ ਦੀ ਗੱਲ ਸਾਡੇ ਕੋਲ ਕੋਈ ਵੱਖਰੀ ਜਿਹੜੀ ਪ੍ਰਸੰਗ ਨੂੰ ਪੇਸ਼ ਕਰਨਾ ਜਿਹੜਾ ਉਹਨਾਂ ਦਾ ਵੱਖਰਾ ਅਤੇ ਲਾਸਾਨੀ ਜਿਹਾ ਤਰੀਕਾ ਸੀ, ਉਹਦੇ ਵਿੱਚ ਅੱਜ ਨਾਲੋਂ ਅਜੋਕੇ ਪ੍ਰਚਾਰਕਾਂ ਨਾਲੋਂ ਕੀ ਫਰਕ ਸੀ? ਜੱਸਾ ਬਹੁਤ ਫਰਕ ਹੈ, ਕਿਉਂਕਿ ਮੈਂ ਸ਼ਿਵਪੁਰੀ ਬੋਲਣ ਵਾਸਤੇ ਗਿਆ ਸਟੇਜ 'ਤੇ, ਮੇਰੇ ਤੋਂ ਪਹਿਲਾਂ ਦਿੱਲੀ ਦਾ ਢਾਡੀ ਦੇ ਤੌਰ 'ਤੇ ਬੋਲਿਆ ਜੀ। ਅਤੇ ਰਾਧਾ ਦੀਵਾਨ ਸੀ, ਬੱਚੇ ਕੰਨਾਂ 'ਤੇ ਹੱਥ ਰੱਖੇ ਬੈਠੇ, ਕੰਨਾਂ 'ਤੇ ਹੱਥ ਰੱਖੇ ਸੀ ਉਹਨਾਂ ਦੇ, ਮਤਲਬ ਇਹ ਲਾਊਡ ਸੀਗਾ। ਅਤੇ ਜਦੋਂ ਸਟੇਜ 'ਤੇ ਜਾਣ ਲੱਗੇ ਕਿ ਇੱਕ ਛੋਟੀ ਜਿਹੀ ਬੱਚੀ ਮੇਰੇ ਕੋਲ ਉਹਦੀ ਅੱਖ ਮੈਂ ਕਹਿੰਦਾ ਤੁਸੀਂ ਵੀ ਇੰਨਾ ਹੀ ਉੱਚਾ ਬੋਲੋਗੇ। ਕਹਿਣ ਤੋਂ ਭਾਵ ਲੋਕੀ ਸ਼ਹਿਰੀ ਸੰਗਤ ਬਿਲਕੁਲ ਨਹੀਂ ਪਸੰਦ ਕਰਦੇ। ਮੈਂ ਸੋਨੀਪਤ ਵਿਦੇਸ਼ਾਂ ਵਿੱਚ ਵੀ ਆਪਾਂ ਦੇਖਿਆ। ਹਾਂਜੀ ਹਾਂਜੀ, ਮੈਂ ਸੋਨੀਪਤ ਬੋਲ ਰਿਹਾ ਸੀ। ਉੱਥੇ ਵੀ ਮੈਨੂੰ ਜਦੋਂ ਪ੍ਰੋਗਰਾਮ ਕੀਤਾ ਕਰਨ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੇ ਕੰਪਿਊਟਰ ਸਾਹਿਬ ਵੀ ਜ਼ਿੰਦਗੀ ਦਾ ਪਹਿਲੀ ਵਾਰ ਇੰਨਾ ਆਨੰਦ ਆਇਆ ਵੀ ਅਸੀਂ ਇੰਨਾ ਬੜੇ ਸੁਣਨੇ ਨਾਲ ਤੁਸੀਂ ਮਤਲਬ ਤੁਸੀਂ ਸੁਣੇ ਪ੍ਰੋਗਰਾਮ ਜੀ। ਮੈਂ ਬਹੁਤ ਕਈ ਵਾਰੀ ਤਾਂ ਸਾਡੇ ਪ੍ਰਚਾਰ ਮਾਫੀ ਚਾਹੀਦੀ, ਮੈਂ ਪ੍ਰਚਾਰਕ ਨੂੰ ਕਿਸੇ ਨੂੰ ਮਾੜਾ ਦੇ ਕੇ ਤਾਂ ਕਈ ਵਾਰੀ ਨਾ ਜਿਹੜੀ ਸਟੇਜ ਹੁੰਦੀ ਹੈ ਨਾ ਗਾਉਣ ਦੀ, ਉਹਨੂੰ ਉੱਥੇ ਅਖਾੜਾ ਬਣਾ ਕੇ ਜਾਂ ਮੈਦਾਨ ਦਾ ਜਗ ਬਣਾ ਦਿਓ ਉੱਤੇ। ਆਪਣੇ ਸਰੀਰ ਦੀ ਹਰਕਤ ਉਨੀ ਲਿਮਿਟ ਕਰੋ ਤਾਂ ਕਿ ਲੋਕੀ ਤੁਹਾਨੂੰ ਉੱਥੇ ਖੜ੍ਹ ਕੇ ਬਾਹਾਂ ਚੜਾਈ ਜਾਣਾ, ਮੁੱਛਾਂ 'ਤੇ ਹੱਥ ਫੇਰੀ ਜਾਣਾ, ਕਮਰ 'ਤੇ ਹੱਥ ਲੈ ਕੇ। ਇਹ ਜਿਹੜੇ ਤੁਹਾਡੇ ਸਾਈਨ ਹੈਗੇ ਨਾ ਜਾਂ ਇਹ ਤੁਹਾਡੀਆਂ ਹਰਕਤਾਂ ਹੈ, ਇਹ ਲੋਕ ਨੋਟ ਕਰੋਗੇ। ਇਹਦੇ ਵਿੱਚ ਉਹ ਕਿਉਂ ਹੰਕਾਰ ਨਹੀਂ, ਨਿਮਰਤਾ। ਜਿੰਨੀ ਵੀ ਨਿਮਰਤਾ ਨਾ ਹੋਵੇ ਉਹਨੇ ਦੇ ਦਿਲ ਵਿੱਚ ਉਤਰੋਗੇ। ਨਿਮਰਤਾ ਮਿਠਾਸ ਹੈ, ਮਿਠਾਸ ਤੁਹਾਡੇ ਰੋਮ ਰੋਮ ਜਾਂਦੀ ਹੈ, ਸੰਗਤ ਦੇ ਰੋਮ ਜਾਂਦੀ ਹੈ, ਔਰ ਤੁਹਾਨੂੰ ਮਿਠਾਸ ਭਰੇ ਬੋਲਣ ਵਾਲੀ ਜੀ। ਗਿਆਨੀ ਜੀ, ਜਦ ਅਸੀਂ ਪੁਰਾਣੇ ਪ੍ਰਚਾਰਕਾਂ ਦੀ ਗੱਲ ਕਰਦੇ ਹਾਂ ਤੇ
ਇਹ ਗੱਲ ਵੇਖੀ ਗਈ ਕਿ ਅਜੋਕੇ ਦੌਰ ਵਿੱਚ ਅਸੀਂ ਬਹੁਤ ਚੰਗੀ ਗੱਲ ਹੈ ਕਿ ਇਤਿਹਾਸ ਦੇ ਨਾਲ ਜੋ ਪੰਥ ਦੇ ਅਜੋਕੇ ਮਸਲੇ ਨੇ ਉਹਨਾਂ ਨੂੰ ਜੋੜਨਾ, ਗੁਰਮਤਿ ਸਿਧਾਂਤ ਦਾ ਪ੍ਰਚਾਰ ਕਰਨਾ। ਪਰ ਕਈ ਵਾਰ ਅਸੀਂ ਵੇਖਦੇ ਹਾਂ ਕਿ ਇਤਿਹਾਸ ਉੱਪਰ ਜਿਹੜੇ ਅਜੋਕੀਆਂ ਗੱਲਾਂ ਬਾਤਾਂ ਉਹ ਭਾਰੂ ਹੋ ਜਾਂਦੀਆਂ ਤੇ ਪ੍ਰਸੰਗ ਦਾ ਰਸ ਜਿਹੜਾ ਖਤਮ ਹੋ ਜਾਂਦਾ। ਬਿਲਕੁਲ ਜੀ, ਜਿਹੜੇ ਪੁਰਾਣੇ ਪ੍ਰਚਾਰਕ ਸਨ ਉਹ ਇਸ ਪੱਖੋਂ ਬੜੇ ਸੁਚੇਤ ਵਿਸ਼ੇ ਨੂੰ ਰੱਖਦੇ, ਉਹਨਾਂ ਦੇ ਵਿਸ਼ੇ ਨੂੰ ਜਿਹੜਾ ਹਾਂਜੀ ਪੇਸ਼ ਕਰਨਾ, ਉਹ ਨਾਲ ਕਾਵਿ ਰਚਨਾਵਾਂ ਜਿਵੇਂ ਬੈਂਤ, ਕਵਿਤ, ਸਾਕੇ ਬੋਲਣੇ, ਤੇ ਉਹਦੇ ਬਾਰੇ ਤੁਸੀਂ ਦੇਖੋ ਜੀ। ਜਿਹੜੇ ਇਹ ਕਾਵਿ ਟੋਟੇ ਹੈ ਜਾਂ ਸ਼ੇਰ ਹੈ, ਬੈਂਤ ਹੈ, ਰੁਬਾਈ ਹੈ, ਕੋਰੜਾ ਕੁੰਡਲੀ ਹੈ, ਕਵਿਤ ਹੈ, ਇਹ ਸਾਰੇ ਹੀ ਸਵਈ ਹੈ। ਇਹ ਪ੍ਰਚਾਰ ਦੇ ਸ਼ਿੰਗਾਰ ਹੈ, ਗਹਿਣੇ ਹੈ ਜੀ। ਜਿਵੇਂ ਕੋਈ ਵੀ ਨਵਵਿਆਹੁਤਾ ਔਰਤ ਗਹਿਣਿਆਂ ਤੋਂ ਬਿਨਾਂ ਖੂਬਸੂਰਤੀ ਨੂੰ ਉਭਾਰ ਨਹੀਂ ਸਕਦੀ। ਇਵੇਂ ਜੇ ਸਾਡੇ ਪ੍ਰਚਾਰਕਾਂ ਦੇ, ਮੈਂ ਹੁਣ ਇੱਕ ਪੁਸਤਕ ਦੇ ਰਿਹਾ ਪ੍ਰਚਾਰ ਦੇ ਗਹਿਣੇ, ਨਾ ਵੀ ਪ੍ਰਚਾਰ ਦੇ ਗਹਿਣੇ ਰੱਖੇ, ਉਹਦੇ ਵਿੱਚ ਕਵਿਤ, ਸਵੈ, ਰਵਾਈਆਂ, ਬੈਂਕਾਂ ਦੇ ਮਿਸਰੇ ਹੈ, ਸਾਰੇ ਕੁਛ ਇਹ ਮੇਰੇ ਨਾਲ ਸਟੇਜ 'ਤੇ ਜਾ ਕੇ ਤੁਸੀਂ ਜਦੋਂ ਵੀ ਗੱਲ ਕਰੋਗੇ, ਹੁਣ ਛੋਟੀ ਜਿਹੀ ਗੱਲ ਹੈ, ਜਦੋਂ ਆਪਾਂ ਮੈਂ ਸਿੱਖ ਨੂੰ ਸੰਬੋਧਨ ਕਰਦਾ ਜਾਂ ਗੁਰੂ ਪਾਤਸ਼ਾਹ ਦੀ ਵਡਿਆਈ ਨੂੰ ਸੰਬੋਧਨ ਕਰਦਾ, ਉਦੋਂ ਫਿਰ ਜਿਹੜੀ ਚੀਜ਼ਾਂ ਕਹਿੰਦੀਆਂ ਨੇ ਲੋਕਾਂ ਦਾ, ਜਦੋਂ ਤੁਹਾਡੀ ਆਖਰੀ ਤੋਂ ਸਿਰ ਵੱਜੇ, ਇਹਦਾ ਸਰੋਤਾ ਤੁਹਾਡਾ ਹੈਗਾ ਜੀ। ਜਿਵੇਂ ਹੁਣ ਪਿੱਛੇ ਇੱਕ ਸ਼ੇਰ ਲਿਖਿਆ ਸੀਗਾ ਕਿ ਉੱਚ ਵਿਚਾਰੀ ਮਹਿਕ ਦੇਣ ਲਈ ਸਿੱਖਾ ਰੋਜ਼ ਫਲਾਵਰ ਬਣਦਾ। ਬਨਸਪਤੀ ਦੇ ਵਿੱਚ ਫੁੱਲ ਖਿੜਦੇ ਹੈ, ਪਰ ਜਿਹੜਾ ਰੋਜ਼ ਫਲਾਵਰ ਹੈ ਜਾਂ ਗੁਲਾਬ ਦਾ ਫੁੱਲ ਹੈ, ਉਹਦੀ ਆਪਣੀ ਥਾਂ ਹੈ। ਉੱਚ ਵਿਚਾਰੀ ਮਹਿਕ ਦੇਣ ਲਈ ਸਿੱਖਾ ਰੋਜ਼ ਫਲਾਵਰ ਬਣਦਾ, ਸਭ ਦੇ ਮਨ ਨੂੰ ਠੰਡਕ ਪਹੁੰਚੇ, ਸ਼ੀਤਲਤਾ ਦਾ ਸ਼ਾਵਰ ਬਣਦਾ। ਲੋੜ ਪੈਣ ਤੇ ਦੁਸ਼ਮਣ ਦੇ ਲਈ ਇਹ ਨਹੀਂ ਕਿ ਤੂੰ ਉੱਥੋਂ ਤੱਕ ਸੀਮਤ ਹੈ। ਹੁਣ ਤੀਜੀ ਸਟੇਜ ਆ ਗਈ ਤੇਰੀ, ਪਹਿਲਾਂ ਤਾਂ ਵਿਚਾਰਾਂ ਦੀ ਖੁਸ਼ਬੂ ਦੇ ਗੁਲਾਬ ਦੇ ਫੁੱਲ ਵਾ, ਫਿਰ ਤੂੰ ਆਪਣੇ ਬਚਨਾਂ ਦੇ ਨਾਲ ਉਹਨਾਂ ਦੇ ਮਨ ਵਿੱਚ ਸ਼ਾਵਰ ਦੇ ਵਾਂਗ, ਫੁਆਰੇ ਵਾਂਗ ਸ਼ੀਤਲਤਾ ਦੇ, ਜਿਹੜਾ ਪਹਾੜਾਂ ਨੂੰ ਪਾੜ ਕੇ ਨਿਕਲਦਾ ਹੈ, ਉਸ ਤਰ੍ਹਾਂ ਸ਼ੀਤਲ ਦੇ। ਹੁਣ ਤੀਜੀ ਸਟੇਜ ਹੈ, ਜੇ ਤੈਨੂੰ ਕੋਈ ਜਿਉਣ ਨਹੀਂ ਦਿੰਦਾ, ਭੈ ਕਾਹੂ ਕੋ ਦੇ ਤਨਾ ਨਹਿ ਪੈਮਾਨਤਾ, ਸਤਿਗੁਰੂ ਕਹਿੰਦੇ ਆ ਨਾ। ਹੁਣ ਗੁਰੂ ਦੀ ਗੱਲ ਦੇਖੀਏ, ਇੱਥੇ ਇਹ ਕਿਹਾ ਵੀ ਲੋੜ ਪੈਣ ਤੇ ਦੁਸ਼ਮਣ ਦੇ ਤੂੰ ਸੋਲਿਡ ਪਾਵਰ ਬਣ ਜਾ। ਉੱਥੇ ਤੋਂ ਆਪਦੀ ਪਾਵਰ ਜਿਹਨੂੰ ਤੇਰੀ ਉਹ ਹੈ, ਨਾਲ ਸਹਿਯੋਗਾਂ ਦਾ ਲੈ ਕੇ ਦੁਸ਼ਮਣ ਦੇ ਮੂਹਰੇ ਖੜ, ਗਰੀਬ ਦੀ ਰੱਖਿਆ ਵਾਸਤੇ ਜਾਣਾ, ਹੱਕ ਮਾਰਿਆ ਕੋਈ ਉਹਨੂੰ ਕੋਲ ਜਾ ਕੇ, ਉਹ ਰੋਕ ਜਾ ਕੇ ਧੱਕਾ ਹੋ ਰਿਹਾ, ਉਹਨੂੰ ਰੋਕ ਤੋਂ ਢਾਲ ਬਣ ਗਰੀਬ ਦੀ, ਗਊ ਗਰੀਬ ਦੀ ਰੱਖਿਆ ਕਰਨੀ। ਸਿੱਖ ਦਾ ਢਾਲ ਬਣਨ ਦਾ ਕੰਮ ਹੈ, ਤੇ ਉੱਥੇ ਤੈਨੂੰ ਪਾਵਰ ਦਿਖਾਉਣੀ ਪਊਗੀ। ਫਿਰ ਹੈ ਵੀ ਅਖੀਰ ਤੇ ਹੈ ਵੀ ਮਾਨਵਤਾ ਨੂੰ ਸੇਧ ਦੇਣ ਲਈ, ਦੁਨੀਆ ਤਾਂ ਸੇਧ ਦੇਣ ਲਈ ਤੂੰ ਮਾਨਵਤਾ ਦਾ ਟਾਵਰ ਬਣ ਜਾ। ਜਾਨੀ ਉੱਚ ਵਿਚਾਰੀ ਨੇ ਮਨੁੱਖਤਾ ਨੂੰ ਸੇਧ ਦੇਣੀ ਹੈ, ਜਾਂ ਵਿਚਾਰਾਂ ਦੀ ਮਿਠਾਸ ਦੇ ਕੇ, ਸ਼ੀਤਲਤਾ ਦੇ ਕੇ ਲੋਕਾਂ ਨੂੰ ਠੰਡਕ ਪਹੁੰਚਾਉਣੀ ਹੈ, ਤੇ ਪਾਵਰ ਬਣਨੀ ਹੈ। ਹੁਣ ਜਦੋਂ ਐਸੇ ਚੀਜ਼ਾਂ ਸਟੇਜ 'ਤੇ ਤੁਸੀਂ ਬੋਲਦੇ ਹੋ ਪ੍ਰਚਾਰ ਦੇ ਵਿੱਚ, ਯਕੀਨਨ ਤੌਰ 'ਤੇ ਜਦੋਂ ਸੰਗਤ ਸਰੋਤਾ ਸਿਰ ਮਾਰਦਾ, ਉਹ ਪੁਰਾਣੇ ਜ਼ਮਾਨੇ ਦੇ ਜਿੰਨੇ ਵੀ ਉਸਤਾਦ ਲੋਕ ਢਾਡੀ ਸਨ, ਉਹ ਵਾਹ ਇਸੇ ਚੀਜ਼ ਖੜਦੇ ਸੀ ਜੀ, ਉਸੇ ਸਾਨੂੰ ਵੀ ਵਾਹ ਆਖਿਆ। ਹੁਣ ਦੇਖੋ ਸਾਡੇ ਵਾਹ ਕੀ ਹੈ, ਜਾਂ ਤਾਂ ਕੋਈ ਜਕਾਰਾ ਸ਼ਬਦ ਜੀ, ਜਦੋਂ ਜਕਾਰਾ ਸ਼ਬਦ ਤੁਹਾਡੇ ਬਹੁਤ ਪ੍ਰਭਾਵ ਹੁੰਦੇ ਆ ਵੀ ਹਾਂ ਮੇਰਾ ਕਰਮ ਸੁਣਿਆ ਜਾਏਗਾ, ਤੇ ਜਾਂ ਮਤਲਬ ਤੁਹਾਡੇ ਸਰੋਤੇ ਦਾ ਮੂਹਰੇ ਬੈਠਿਆ ਸਿਰ ਹਿਰਦਾ ਜੀ, ਤੇ ਜਾਂ ਜੇ ਤੁਸੀਂ ਰਾਗ ਦੇ ਰਹੇ ਆ ਤੇ ਕਿਸੇ ਦੀ ਅੱਖ 'ਚ ਪਾਣੀ ਵਹਿਣਾ ਚਾਹੀਦਾ, ਨਾ ਹੀ ਤੁਹਾਡੇ ਕਹਿਣ ਦਾ ਸਰੋਤ ਹੁੰਦਾ। ਇਹ ਚੀਜ਼ਾਂ ਮੈਂ ਬਹੁਤ ਵਾਰ ਦੇਖੀਆਂ ਚਾਹੀਦੀਆਂ ਜੀ, ਬਹੁਤ ਵਾਰ ਦੇਖੀ। ਮੈਂ ਸੱਜਾ ਨੂੰ ਮੈਂ ਰਾਏਪੁਰ ਬੋਲ ਰਿਹਾ ਸੀ, ਉੱਥੇ ਜੋ ਛੇਵੇਂ ਛੋਟੇ ਸਾਹਿਬ ਦਾ ਇੱਕ ਸਾਕਾ ਕਵਿਤ ਬੋਲਿਆ ਨਾ, ਜਦੋਂ ਮਤਲਬ ਮਾਂ ਸਾਹਿਬ ਜਦੋਂ ਸੰਸਕਾਰ ਕਰਦੇ ਆ, ਲੇਕਿਨ ਕੋਈ ਸੰਗਤ ਦਾ ਪਾਣੀ ਨਹੀਂ ਸੀ ਅੱਖਾਂ 'ਤੇ ਪਾਣੀ। ਇਹ ਤੁਸੀਂ ਇਹਨਾਂ ਵੀ ਵਿਸ਼ੇ ਦਾ ਮੂਲ ਸਿਧਾਂਤ ਵਿਸ਼ਾ ਹੈ, ਉਹਨੂੰ ਨਾ ਛੱਡੋ, ਉਸ ਦੇ ਉੱਤੇ ਪਹਿਰਾ ਦਿਓ। ਜੇ ਬੀਰਸੀ ਹੈ ਤਾਂ ਬੀਰਸੀ ਉਹਦੇ ਵਿੱਚ ਦੋਹਰੇ ਬੋਲੋ, ਰਵਾਈਆਂ ਬੋਲੋ, ਸ਼ੇਰ ਬੋਲੋ। ਜੇ ਕੋਈ ਆਮ ਪ੍ਰਸੰਗ ਹੈ, ਕੋਈ ਹਾਸੇ ਦਾ ਵੀ ਕੋਈ ਸ਼ੇਰ ਹੋ ਸਕਦਾ, ਜੋ ਲੋਕਾਂ ਨੂੰ ਪਸੰਦ ਹੈ, ਵੀ ਲੰਮਾ ਟਾਈਮ ਬੈਠੇ, ਸਭ ਕੁਝ ਦੇਖਣਾ ਪੈਂਦਾ। ਇਹ ਸਟੇਜ ਨੂੰ ਪੜ੍ਹ ਕੇ ਸਟੱਡੀ ਕਰਕੇ ਜਨਤੀ ਬੁਲਾਰੇ ਨੂੰ, ਜੈਸੇ ਤੁਸੀਂ ਆਪ ਸਿਆਣੇ, ਤੁਸੀਂ ਆਪ ਇਸ ਟਾਈਮ ਨੌਜਵਾਨ ਢਾਡੀਆਂ 'ਚੋਂ ਤੁਸੀਂ ਮੂਹਰਲੀ ਪੰਕਤੀ ਵਿੱਚ ਖੜੇ ਹੋ, ਤੁਸੀਂ ਪਹਿਲਾਂ ਬੁਲਾਰਾ ਹੋ ਕੇ ਸਰੋਤੇ ਨੂੰ ਵੀ ਰੀਡ ਕਰੋ। ਜੇ ਸਰੋਤੇ ਦੇ ਮਨ ਦੀ ਗੱਲ ਆਊਗੀ ਤਾਂ ਤੁਹਾਨੂੰ ਸੁਣੇਗਾ, ਤੇ ਨਹੀਂ ਤਾਂ ਨਾਲ ਦੇ ਨੂੰ ਆ ਜਾ ਚਲੀ ਜੀ। ਗਿਆਨੀ ਜੀ, ਜਦ ਅਸੀਂ ਇਹਨਾਂ ਪੁਰਾਣੇ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਜਿਵੇਂ ਸੀਤਲ ਸਾਹਿਬ ਸੀ, ਸੀਤਲ ਸਾਹਿਬ ਤਾਂ ਜਿਵੇਂ ਆਧੁਨਿਕ ਢਾਡੀ ਕਲਾ ਦਾ ਮੁੱਢ ਬਣੇ, ਉਹਨਾਂ ਨੇ ਬਹੁਤ ਕੁਝ ਲਿਖਿਆ, ਬੜਾ ਕੁਝ ਕੌਮ ਦੀ ਝੋਲੀ ਪਾਇਆ। ਜਦੋਂ ਸਟੇਜ ਤੇ ਬੋਲਦੇ ਸਨ, ਤੇ ਤੁਸੀਂ ਉਹਨਾਂ ਨੂੰ ਕਦੇ ਸੁਣਿਆ ਹੋਵੇਗਾ, ਤੇ ਉਹਨਾਂ ਦੀ ਸਟੇਜ ਤੇ ਬੋਲਣ ਦੀ ਕੀ ਖਾਸੀਅਤ ਸੀ? ਬਿਲਕੁਲ ਜੀ, ਉਹਨਾਂ ਦੀ ਮੈਂ ਕਹਿੰਦਾ ਵਿਸ਼ੇ ਵਸਤੂ ਤੋਂ ਬਾਹਰ ਨਹੀਂ ਜਾਂਦੇ, ਤੇ ਬਿਲਕੁਲ ਸਹਿਜ ਵਸਤ ਧਰਮਕੋਟ ਇੱਥੇ ਮੈਂ ਸੁਣਿਆ ਉਹਨਾਂ ਨੂੰ ਸਹਿਜ ਵਸਤ ਜੀਵਨ। ਉਸਤਾਦ ਜੀ ਪੰਛੀ ਸਾਹਿਬ ਜਦੋਂ ਵਾਰ ਦੀ ਛੜਾਈ ਕਰਦੇ ਸੀ ਨਾ, ਉਹ ਪੂਰੇ ਜੋਸ਼ ਵਿੱਚ ਆ ਕੇ ਛੜਾਈ ਕਰਦੇ ਜੀ।
ਦਿਲਬਰ ਸਾਹਿਬ ਜੀ ਵੀ ਇਸ ਤਰ੍ਹਾਂ ਹੀ ਕਰਦੇ ਸੀ। ਸ਼ੰਕਰ ਸਿੰਘ ਢਾਡੀ ਹੁਸ਼ਿਆਰਪੁਰ ਵਾਲੇ, ਉਹਨਾਂ ਨੂੰ ਵੀ ਮੈਂ ਸੁਣਿਆ ਹੈ। ਕਹਿਣ ਤੋਂ ਭਾਵ ਹੋਰ ਗੁਰੂਵਾਰ ਸਾਹਿਬ ਜੀ ਨੂੰ ਸੁਣਿਆ ਹੈ, ਫਿਰ ਪਾਖਰਪੁਰ ਮੂਲਾ ਸਿੰਘ ਪਾਖਰਪੁਰ ਨੂੰ ਸੁਣਿਆ ਹੈਗਾ। ਫਿਰ ਆਪਣੇ ਕਮਿਸ਼ਨਰਾਂ ਦੇ ਵਿੱਚੋਂ ਮੈਂ ਬੁਲੰਦ ਕੁਮਾਰ ਨੂੰ ਸੁਣਿਆ ਜੀ। ਇਹ ਸ਼ਾਇਦ ਦੇ ਸਾਰੇ ਬੋਲਦੇ ਸੀ ਜੀ, ਤਾਂ ਹੀ ਉਹਨਾਂ ਦਾ ਨਾਂ ਹੈ ਜੀ। ਜਿਹੜੇ ਕੋ ਹੁਣ ਬਾਹਲਾ ਉੱਚੀ ਬੋਲ ਕੇ ਕੱਪੜਿਆਂ ਨੂੰ ਬਾਹਾਂ ਨੂੰ ਚੜਾ ਕੇ ਕਮਰ 'ਤੇ ਹੱਥ ਰੱਖ ਕੇ ਪਿੱਛੇ ਇੱਧਰ ਜਾ ਕੇ ਇੱਧਰ ਕਿਤੇ ਮਾਈਕ ਨੂੰ ਹੱਥ ਪਾ ਲਿਆ, ਇਹ ਇਸ ਤਰ੍ਹਾਂ ਦੀ ਗੱਲ ਕਰਨ ਨਾਲ ਲੋਕਾਂ ਦੇ ਮਨਾਂ 'ਚ ਕਹਿੰਦੇ ਯਾਰ ਕਿ ਸਾਨੂੰ ਢਾਡੀ ਚਾਹੀਦਾ ਸੀ, ਤਾਂ ਇਹ ਵੀ ਆ ਗਿਆ। ਗਿਆਨੀ ਜੀ, ਇੱਕ ਮੈਨੂੰ ਗੱਲ ਯਾਦ ਆਈ, ਨਰਿੰਦਰ ਸਿੰਘ ਕਪੂਰ ਜੀ ਦੀ ਇੱਕ ਬੜੀ ਵਧੀਆ ਕੋਟੇਸ਼ਨ ਉਹ ਕਹਿੰਦੇ ਨੇ ਕਿ ਜਦੋਂ ਆਵਾਜ਼ ਉੱਚੀ ਹੋ ਜਾਏ ਤੇ ਸ਼ਬਦਾਂ ਦਾ ਮਿਆਰ ਨੀਵਾਂ ਹੋ ਜਾਏ। ਇਹ ਗੱਲ ਬੜੀ ਵੱਡੀ ਗੱਲ ਹੈ। ਸੋ ਅੱਜ ਢਾਡੀ ਕਲਾ ਨੂੰ ਸੰਭਾਲਣ ਲਈ ਜਿਹੜੇ ਨੌਜਵਾਨ ਆ ਰਹੇ ਨੇ ਅੱਗੇ, ਤੁਸੀਂ ਉਹਨਾਂ ਲਈ, ਆਉਣ ਵਾਲੀ ਪੀੜ੍ਹੀ ਲਈ, ਤੁਸੀਂ ਬਜ਼ੁਰਗ ਲੋਕ ਚਾਨਣ ਨੂੰ ਆ ਰਹਾ ਹੋ, ਤੁਹਾਡੀ ਇਸ ਇੰਟਰਵਿਊ ਦੇ ਵਿੱਚੋਂ ਬੜਾ ਕੁਝ ਢਾਡੀ ਸਿੰਘਾਂ ਨੂੰ ਸਿੱਖਣ ਲਈ ਮਿਲੇਗਾ। ਤੇ ਤੁਸੀਂ ਆਪਣੇ ਜੱਥੇ ਨਾਲ ਜਦ ਵਿਚਰੇ ਜੀ, ਤੁਸੀਂ ਪੁਰਾਣੇ ਪ੍ਰਚਾਰਕਾਂ ਨੂੰ ਵੀ ਸੁਣਿਆ, ਪੁਰਾਣੇ ਢਾਡੀਆਂ ਨੂੰ ਵੀ ਸੁਣਿਆ, ਤੇ ਪੁਰਾਣੇ ਸਰੰਗੀ ਵਾਦਕਾਂ ਨੂੰ ਵੀ ਸਰੰਗੀ ਵਜਾਉਂਦੇ ਸੁਣਿਆ, ਤੇ ਤੁਸੀਂ ਆਪਣੇ ਜੱਥੇ ਦੇ ਜਿਹੜੇ ਤੁਹਾਡੇ ਢਾਡੀ ਸਾਥੀ ਸਨ ਜਾਂ ਸਰੰਗੀ ਵਾਦਕ ਸੀ, ਉਹਨਾਂ ਨੂੰ ਤਾਂ ਕਈ ਵਾਰ ਕੁਝ ਉਹਨਾਂ ਨੂੰ ਪ੍ਰੇਰਨਾ ਦੇਣੀ ਹੁੰਦੀ, ਤੇ ਕਿਹੜੇ ਸਰੰਗੀ ਮਾਸਟਰ ਨੂੰ, ਮਤਲਬ ਕਿਹੜੇ ਸਰੰਗੀ ਮਾਸਟਰ ਪੁਰਾਣੇ ਦਾ ਤੁਸੀਂ ਕਹਿੰਦੇ ਸੀ ਫਲਾਨਿਆਂ ਨੂੰ ਵਜਾ? ਮੈਂ ਅਜੀਤ ਸਿੰਘ ਨੂੰ ਕਹਿੰਦਾ ਸੀ, ਜੀਤਾ ਕਹਿੰਦੇ ਸੀ ਜੀ। ਔਰ ਉਸ ਤੋਂ ਬਾਅਦ ਅਵਤਾਰ ਸਿੰਘ ਸਿੰਘ ਵਾਲੇ ਹੋਏ ਉਹਨਾਂ ਦਾ, ਜਿਹੜੇ ਕਿ ਉਹਦੇ ਤੋਂ ਢਾਡੀ ਨਾਲ ਉਹਨਾਂ ਦੇ ਤੁਸੀਂ ਦਲੀਪ ਸਿੰਘ ਜੀ ਹੋਏ ਆ ਜੀ, ਉਹਨਾਂ ਨੇ ਸੱਚੀ ਰਿਕਾਰਡ ਕੀਤੀ ਹੈ ਜੀ। ਉਹਦੀ ਜਦੋਂ ਅੱਜ ਉਹਨਾਂ ਦੀ ਕਾਪੀ ਕਰਦੇ, ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਸੀ ਕਿ ਕਈ ਵਾਰ ਇਹਨਾਂ ਥੋੜ੍ਹੀ ਸੰਗੀਤ ਦੀ ਨੌਲੇਜ ਹੋਣ ਕਰਕੇ ਮੈਂ ਕਈ ਵਾਰੀ ਬਲੀਕੀਆਂ ਸਰਦੀ ਮਾਸਟਰ ਤੋਂ ਸੁਣਦੇ ਸਮੇਂ ਕਹਿ ਰਹੇ ਵੀ ਆਹ ਇਹਨੂੰ ਕੋਮ ਲੱਗਣੇ ਜਾਂ ਟੀਚਰ ਲੱਗਣੇ, ਅਤੇ ਉਹਨੂੰ ਜਗਮੀਤ ਸਿੰਘ ਜੋ ਵੀ ਸੀ, ਇੱਕ ਵਾਰੀ ਉਹਨਾਂ ਨੇ ਸੋ ਗਲਤ ਲਾ ਦਿੱਤੀ। ਮੈਂ ਕਿਹਾ ਇਹਨੂੰ ਥੋੜ੍ਹੀ ਜਿਹੀ ਕੋਮਲ ਲਾ ਦੇ ਤਾਂ ਬਣੋ। ਉਹ ਉੱਠ ਕੇ ਮੇਰੇ ਪੈਰੀ ਹੱਥ ਕਹਿੰਦਾ ਜੀ ਅੱਜ ਤੱਕ ਉਹਨੂੰ ਕੀ ਦੱਸਿਆ, ਕਹਿੰਦਾ ਤੁਸੀਂ ਹੈ ਜਿਹਨਾਂ ਨੇ ਸੁਰ ਨੂੰ ਦੱਸਿਆ। ਮੈਂ ਤਾਂ ਇਹ ਗੱਲ ਕਹਿੰਦਾ ਹੁੰਦਾ ਵੀ ਜਦੋਂ ਜੇ ਤਰਾਗੀ ਬਣਨਾ ਤਾਂ ਤਬਲਾ ਜ਼ਰੂਰ ਆਉਣਾ ਚਾਹੀਦਾ ਜੀ, ਅਤੇ ਜੇ ਤੁਸੀਂ ਢਾਡੀ ਬਣਨਾ ਤਾਂ ਕੋਈ ਤੁਹਾਨੂੰ ਸਾਜ਼ ਹੱਥੀਂ ਵਜਾਉਣਾ ਆਉਣਾ ਚਾਹੀਦਾ, ਫਿਰ ਤੁਹਾਡੀ ਸਟੇਜ 'ਤੇ ਬੱਲੇ ਬੱਲੇ ਜੀ। ਗਿਆਨੀ ਜੀ, ਪੁਰਾਣੇ ਢਾਡੀਆਂ ਦੇ ਵਿੱਚ ਜਦੋਂ ਅਸੀਂ ਗਵਈਆਂ ਦੀ ਗੱਲ ਕਰਦੇ ਹਾਂ ਜੀ, ਤੇ ਤੁਸੀਂ ਕਿਹਨੂੰ ਮੰਨਦੇ ਹੋ ਕਿ ਵਾਕਿਆ ਹੀ ਉਸ ਬੰਦੇ ਨੇ ਮੇਲੇ ਲੁੱਟੇ ਨੇ ਜਾਂ ਸੰਗਤ ਜਨਮ ਤੇ ਰਾਜ ਕੀਤੀ ਪੁਰਾਣੇ ਢਾਡੀਆਂ? ਪੁਰਾਣੇ ਢਾਡੀਆਂ ਦੇ ਵਿੱਚ ਹੁਣ ਜਗਪਾਲ ਸਿੰਘ ਅਸੀਂ ਸਾਰੇ ਸੁਭੇਰ ਹੋਇਆ, ਇਹਨਾਂ ਨਾਲ ਦਲੀਪ ਸਿੰਘ ਸਮਾਨ, ਇਹਨਾਂ ਨੇ ਮਤਲਬ ਵੀ ਬਹੁਤ ਮਾਣ ਕੱਟਿਆ। ਫਿਰ ਉਸਤਾਦ ਜੀ ਸ਼ੌਂਕੀ ਸਾਹਿਬ ਜੀ ਦਾ ਕੋਈ ਮੋਦੀ ਸੰਘਰਸ਼ ਸਟੇਜ ਜੀ। ਹੋਰ ਆਪਾਂ ਜਿੰਨਾ ਕੁਛ ਸੁਣਿਆ ਵੀ ਮੈਂ ਸਾਰਿਆਂ ਦੀ ਇੱਜ਼ਤ ਕਰਦਾ। ਵੈਸੇ ਤੁਹਾਡਾ ਸੰਬੰਧ ਜ਼ਿਆਦਾਤਰ ਤੁਹਾਡੇ ਉਸਤਾਦ ਜੀ ਨਾਲ ਰਿਹਾ ਜੀ ਜੀ। ਉਹਨਾਂ ਦੇ ਨਾਲ ਇੱਕ ਜੋੜੀ ਸੀ ਹਮੀਰ ਸਿੰਘ ਹੀਰਾ ਤੇ ਕਰਨੈਲ ਸਿੰਘ ਪਾਂਧੀ, ਬੜੀ ਕਮਾਲ ਦੀ ਗੱਲ ਸੀ ਨਾ। ਵਾਹ ਕਮਾਲ ਜੀ। ਕਿਉਂਕਿ ਮੈਂ ਜਦੋਂ ਮੇਰੇ ਨਾਲ ਮੈਂ ਇਹਨਾਂ ਨੂੰ ਦੇਖਿਆ ਨਾ ਜੀ, ਉਦੋਂ ਇਹ ਇਹਨਾਂ ਦੇ ਨਾਲ ਦਲੀਪ ਸਿੰਘ ਜੀ ਗਏ ਬਸ ਜਦੋਂ ਪਹਿਲੀ ਵਾਰ ਮੁਲਾਕਾਤ ਹੋਈ। ਬਾਕੀ ਜੋ ਉੱਥੇ ਫੌਜ ਤੋਂ ਆਉਣ ਤੋਂ ਬਾਅਦ ਕੋਈ ਛੁੱਟੀ ਹੁੰਦੀ, ਕਿਤੇ ਜੋੜ ਮੇਲਾ ਹੋਣਾ, ਭਿੰਡਰਾਂ ਹੀ ਜਾਣਾ ਜਾਂ ਉਹਨਾਂ ਨੂੰ ਸੁਣਨਾ ਸੀ। ਅਤੇ ਫਿਰ ਉਹਨਾਂ ਦੇ ਵਿੱਚੋਂ ਜਾਂਦੀ, ਹੁਣ ਨਾਮ ਤਾਂ ਕਈਆਂ ਦੇ ਮੈਂ ਵੀ ਨਹੀਂ ਜਾਣਦਾ, ਪਰ ਇਹਨਾਂ ਵੀ ਮੈਂ ਕਿ ਕੋਟਾਂ 'ਤੇ ਲਿਖੇ ਜਾਣਾ। ਪਾਂਧੀ ਸਾਹਿਬ ਹੋਇਆ, ਮਲਕੀਤ ਸਿੰਘ ਭੰਡੇਰ ਹੋਇਆ, ਅਤੇ ਫਿਰ ਹਮੀਰ ਸਿੰਘ ਹੋਏ। ਹਮੀਰ ਸਿੰਘ ਵੀ ਕਿਆਈ ਬਾਤ ਸੀ। ਫਿਰ ਦਰਬਾਰਾ ਸਿੰਘ ਭੱਟੀ ਵੀ ਨਾਲ ਉਹਨਾਂ ਦੇ ਰਹੇ। ਫਿਰ ਦਿਹਾੜੇ ਦੇ ਇਲਾਕੇ ਦੇ ਗੁਰੂ ਪਿਆਰੇ ਸੀ, ਉਹ ਵੀ ਆਪਣੇ ਥਾਂ 'ਤੇ ਠੀਕ ਸੀ, ਆਵਾਜ਼ਾਂ ਦੇ ਚੰਗੇ ਮਾਲਕ ਸੀ, ਉੱਚੀਆਂ ਸਟੇਜਾਂ ਦੇ ਵਿੱਚ ਤੋਂ ਮਤਲਬ ਸੰਗਤਾਂ ਦੇ ਵਿੱਚ ਉਹ ਛਾ ਜਾਂਦੇ ਸੀ। ਬਹੁਤ ਸਾਰੇ ਢਾਡੀ ਸੀ, ਪਰ ਮੇਰੇ ਜਿਹੇ ਦੇ ਵਿੱਚ ਤਾਂ ਇਹਨਾਂ ਨੂੰ ਮੈਂ ਜਾਂਦੀ ਦਲੀਪ ਸਿੰਘ ਨੂੰ ਸਮਾਨ ਬਹੁਤ ਮਾਨਦਾ ਅਤੇ ਸ਼ੌਂਕੀ ਸਾਹਿਬ ਉਹਨਾਂ ਨੂੰ ਉਹਦਾ ਮੇਰੇ ਲਈ ਬਹੁਤ ਸਤਿਕਾਰ ਹੈ। ਉਹਨਾਂ ਦੀ ਆਵਾਜ਼ ਉੱਤੇ ਪੁਖਤੇ ਵੀ ਸੀ, ਬੜੀ ਬੜੀ ਸੀ ਉਹਦੀ ਆਵਾਜ਼ ਦੇ ਵਿੱਚ ਜੋ ਸੁਣਦਾ ਸੀ ਨਾ ਜੀ। ਗਿਆਨੀ ਜੀ, ਜਦ ਅਸੀਂ ਗੱਲ ਕਰਦੇ ਹਾਂ ਕਿ ਢਾਡੀ ਕਲਾ ਜਿਹੜੀਆਂ ਪੁਰਾਣੀਆਂ ਵੰਨਗੀਆਂ ਸਨ ਜੀ, ਉਹਨਾਂ ਵੰਨਗੀਆਂ ਤੋਂ ਨਵੀਨ ਤਰਜ਼ਾਂ ਵੱਲ ਆਈ, ਅਤੇ ਢਾਡੀ ਕਲਾ ਨੇ ਤੁਹਾਡੇ ਖਿਆਲ ਮੁਤਾਬਕ ਵਿਕਾਸ ਕੀਤਾ ਜਾਂ ਢਾਡੀਆਂ ਨੇ ਆਪਣਾ ਪੁਰਾਣਾ ਸਰਮਾਇਆ ਗਵਾਇਆ? ਬੇਨਤੀ ਹੈ ਜੀ, ਕਈਆਂ ਨੇ ਕਾਫੀ ਜਗ੍ਹਾ 'ਤੇ ਆਪਣੇ ਪਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਮਿਹਨਤ ਕਰਤਾ ਹੈ ਸਿੱਧੀ ਗੱਲ। ਅੱਗੇ ਪ੍ਰਚਾਰਕ ਨੇ ਬਾਹਰੋਂ ਕਵਿਤਾ ਲਿਆ ਕੇ ਤੇ ਆਪ ਲੈ ਕੇ ਕਵਿਤਾ ਦੇ ਦੀ, ਉਹਨਾਂ ਨੇ ਆਪਣੇ ਖੇਤਾਂ 'ਚ ਕੰਮ ਕਰਦੇ ਕਵਿਤਾ ਯਾਦ ਕਰਨੀ। ਸਭ ਤੋਂ ਜ਼ਰੂਰੀ ਸੀ ਕਵਿਤਾ ਜ਼ੁਬਾਨੀ ਯਾਦ। ਕਿਸੇ ਢਾਡੀ ਦੇ ਕੋਲੇ ਮੈਂ ਰੁੱਕਾ ਨਹੀਂ ਸੀ ਦੇਖਿਆ ਪੜਿਆ ਹੋਇਆ। ਇਹ ਛੋਟਾ ਕਿਤਾਬ ਰਜਿਸਟਰਾਂ ਦੀ ਗੱਲ ਕਰ ਰਿਹਾ, ਰੁੱਕਾ ਛੋਟਾ ਜਿਹਾ ਦੀ, ਔਰ ਉਹਨਾਂ ਨੇ ਕਵਿਤਾ ਦੇ ਪੂਰੀ ਮਿਹਨਤ ਕਰਨੀ।
ਫਿਰ ਸਰੰਗੀ ਵਾਲੇ ਨੂੰ ਨਾਲ ਬਿਠਾਉਣਾ। ਜਿਹੜੀ ਮਤਲਬ ਤਾਂ ਮੇਨ ਚੀਜ਼ਾਂ ਹੁੰਦੀਆਂ ਸੀ, ਜੋੜੇ ਦੀ ਕਲੀ ਹੋਈ ਹੈ, ਸਾਕਾ ਹੋਇਆ, ਰੇੜ ਦਾ ਹੋਇਆ, ਜਾਂ ਸ਼ਾਲਪੁਰੀ ਸਾਕਾ ਹੋਇਆ, ਜਾਂ ਹੋਰ ਜੋ ਵੀ ਬੈਂਤ ਹੈਗੀ ਹੈ, ਜੋੜੇ ਦੀ ਬੈਂਤ ਹੈ, ਜਾਂ ਉਸ ਤੋਂ ਬਾਅਦ ਰੇੜ ਦੀ ਬੈਂਤ ਹੈ। ਕਹਿਣ ਤੋਂ ਭਾਵ ਉਹਨਾਂ ਨੇ ਪੂਰੀ ਮਿਹਨਤ ਨਾਲ ਜਿਹੜੀਆਂ ਮਹਿੰਗੀਆਂ ਚੀਜ਼ਾਂ ਸੀ, ਹੁਣ ਸਭ ਤੋਂ ਮਹਿੰਗੀ ਚੀਜ਼ ਇਹ ਦੇਖਿਆ ਜਾਂਦਾ ਪੂਰਨ ਹੈ ਜੀ। ਪੂਰਨ ਦੀ ਤੇ ਗਾਇਕੀ ਜਿਹੜੀ ਹੈ ਨਾ, ਪੂਰਨ ਦਾ ਵੈਸੇ ਜਿਹੜਾ ਗਾਉਣਾ ਨਾ ਉਹ ਹਰ ਢਾਡੀ ਦੀ ਵਸ ਦੀ ਗੱਲ ਨਹੀਂ, ਗੁਰੇਜ਼ ਕਰਦੇ ਨਾ ਜੀ। ਮਤਲਬ ਇਹਨਾਂ ਦੀ ਗੁਰੇਜ਼ ਤਾਂ ਹੈ ਜਾਜਕ ਸਾਹਿਬ ਕਿ ਮਿਹਨਤ ਨਹੀਂ ਕਰਦੇ ਸੀ। ਜੇ ਮਿਹਨਤ ਇਕੱਠੇ ਕਦੇ ਜੋੜਨੇ ਤੇ ਇਕੱਠੇ ਹੋਏ ਆ, ਇੱਕ ਉੱਧਰੋਂ ਆ ਗਿਆ ਪਿੰਡੋਂ ਆ ਗਿਆ, ਦੂਜਾ ਮੈਂ ਹੁਣ ਰੋਡ ਤੋਂ ਆ ਗਿਆ, ਬੱਚਾ ਕੋਲ ਕੌਣੀ ਤੋਂ ਆ ਗਿਆ, ਜਾਂ ਦੂਸਰਾ ਇੱਥੋਂ ਬੱਚਾ ਉੱਠ ਕੇ ਆ ਗਿਆ ਰਣੀਏ ਤੋਂ, ਤੇ ਮਤਲਬ ਹੁਣ ਸਾਡਾ ਟਾਈਮ ਹੈ ਜਿਹਦੇ ਉੱਥੇ ਹੀ ਟਾਈਮ ਲੱਗ ਜਾਏਗਾ ਘੰਟਾ, ਤੇ ਅਸੀਂ ਮਿਹਨਤ ਕਰ ਸਕਦੇ ਹਾਂ। ਬਟ ਇਹ ਨਹੀਂ, ਹੁਣ ਆਪਣੇ ਕੋਲੇ ਕਾਰੋਬਾਰ ਹੀ ਹੋ ਗਏ, ਆਰਥਿਕ ਦੀ ਕਮਜ਼ੋਰੀ ਹੈ, ਜਿਸ ਕਰਕੇ ਆਪਾਂ ਨੂੰ ਰੋਟੀ ਦਾ ਵੀ ਮਸਲਾ ਹੈ। ਉਹਦੇ ਖਾਤਰ ਆਪਾਂ ਨੂੰ ਕੰਮ ਧੰਦਾ ਹੋਰ ਵੀ ਕਰਨਾ ਪੈਂਦਾ ਹੈ। ਤੇ ਆਪਣੇ ਅੱਗੇ ਖੇਤ ਖੁੱਲ੍ਹੇ ਸੀ, ਘਰ ਆਪਣੇ ਸੀ, ਠੰਡੇ ਘਰਾਂ 'ਚ ਰਹਿਣਾ ਸੀਗਾ ਜੀ। ਠੰਡਾ ਮਨ ਦੇ ਵਿੱਚ ਵੀ ਸ਼ੀਤਲ ਕਰਦੇ ਸੀ, ਮਿਹਨਤ ਕਰਨੀ ਸੀ, ਮਿਹਨਤ ਕਰਕੇ ਸਟੇਜ ਦੇ ਉੱਤੇ ਫਿਰ ਰੰਗ ਬਣਨਾ ਸੀਗਾ। ਹੁਣ ਕੋਸ਼ਿਸ਼ ਹੁੰਦੀ ਹੈ ਵੀ ਹੁਣੇ ਹੀ ਕਵਿਤਾ ਲਿਖ ਦਿਓ ਤੇ ਸਟੇਜ 'ਤੇ ਜਾ ਕੇ ਸੁਣਾ ਦਿਓ। ਮੇਰਾ ਹੋਇਆ ਇਸ ਤਰ੍ਹਾਂ ਜੀ, ਤੇ ਉਹ ਤੁਹਾਨੂੰ ਪਤਾ ਹੈ ਸਰ, ਤੁਹਾਨੂੰ ਚੇਤੇ ਵੀ ਨਹੀਂ ਹੁੰਦੀ, ਕਈ ਵਾਰ ਭੁੱਲੀ ਜਾਂਦੀ। ਗਿਆਨੀ ਜੀ, ਜਾਣੀ ਤੁਹਾਡਾ ਖਿਆਲ ਹੈ ਕਿ ਪੁਰਾਣੀਆਂ ਚੀਜ਼ਾਂ ਨੂੰ ਗਾਉਣ ਲਈ ਮਿਹਨਤ ਚਾਹੀਦੀ ਸੀ ਤੇ ਤਰਜ਼ਾਂ ਆਮ ਤੌਰ 'ਤੇ ਸੌਖੀਆਂ, ਕਿਉਂਕਿ ਉਹ ਵੀ ਗੱਲ ਤੁਹਾਡੇ ਵਾਲੀ ਕਿ ਤਰਜ਼ਾਂ ਸੁਣੀਆਂ ਬਹੁਤ ਹੁੰਦੀਆਂ ਨੇ, ਬਿਲਕੁਲ ਉਸੇ ਤਰ੍ਹਾਂ ਗਾਈ ਜਾ ਸਕਦੀ ਹੈ। ਮੈਂ ਪਹਿਲਾਂ ਜਿਵੇਂ ਸੁਣਨਾ ਸਰੋਤਾ ਜਿਹੜਾ ਤੁਹਾਡੀ ਸਰੋਤਾ ਦੀ ਹੈ ਉਹ ਵਕਤਾ ਨਹੀਂ ਹੋ ਸਕਦਾ, ਵਧੀਆ ਵਕਤਾ ਨਹੀਂ ਹੋ ਸਕਦਾ ਜੀ। ਗਿਆਨੀ ਜੀ, ਜਦ ਅਸੀਂ ਤੁਹਾਡੇ ਜਥੇ ਦੀ ਗੱਲ ਕਰਦੇ ਹਾਂ ਤੇ ਤੁਹਾਡੀਆਂ ਕਿੰਨੀਆਂ ਕੁ ਰਿਕਾਰਡਿੰਗਾਂ ਹੋਈਆਂ ਨੇ, ਕੋਈ ਆਡੀਓ ਕੈਸਟ ਜਾਂ ਸੀਡੀਜ਼? ਟੀਵੀ ਤੇ ਜਿਸ ਤਰ੍ਹਾਂ ਮੈਂ 350 ਸਾਲ ਸੀ ਨਾ ਦਸ਼ਮੇਸ਼ ਪਿਤਾ ਜੀ ਦਾ, ਉਦੋਂ ਉਹ ਬੋਲੀ ਸੀ, ਫਿਰ ਉਹ ਵੀ ਰਿਕਾਰਡਿੰਗ ਹੋਈ ਸੀ। ਫਿਰ ਉਸ ਤੋਂ ਬਾਅਦ ਇੱਕ ਗੁਰਦੇਵ ਰਵਿਦਾਸ ਜੀ ਦੀ ਰਚਨਾ ਆਈ ਹੈ। ਹੁਣ ਇਹ ਸ਼ਬਦ ਇੱਥੇ ਗੁਰਦੇਵ ਤਾਂ ਕਹਿਦਾ, ਮੈਂ ਹੁਣ ਕਈਆਂ ਦੇ ਹਜਮ ਨਹੀਂ ਕਰਦਾ ਗੁਰਦੇਵ, ਪਰ ਮੈਂ ਇਹ ਗੱਲ ਕਰਾਂਗਾ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਗੁਰਦੇਵ ਸੀ ਜੀ। ਕਿਉਂਕਿ ਗੁਰੂ ਸਿੱਖਿਆ ਦਿੰਦਾ, ਕੋਈ ਵੀ ਉਹ ਸਿੱਖਿਆ ਦਿੱਤੀ ਮਨੁੱਖਤਾ ਨੂੰ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸ਼ੁਰੂਆਤ ਕੀਤੀ, ਭਗਤ ਨਾਮਦੇਵ ਜੀ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਸੰਸਾਰ ਤੇ ਆ ਗਏ, ਉਹ ਭਗਤ ਹੋਏ ਜੀ। ਪਹਿਲੇ ਗੁਰੂ ਨੇ ਭਗਤਾਂ ਦੀ ਬਾਣੀ ਲਿਖਿਆ, ਉਹ ਜਦੋਂ ਪਹਿਲਾਂ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ, ਉਦੋਂ ਸੰਸਾਰ ਦੇ ਗੁਰਦੇਵ ਹੀ ਸੀ ਜੀ। ਇਸ ਤੋਂ ਇਲਾਵਾ ਤੁਸੀਂ ਵਿਦੇਸ਼ਾਂ ਵਿੱਚ ਕਿੱਥੇ ਗਏ? ਵਿਦੇਸ਼ਾਂ ਦੇ ਵਿੱਚ ਮੈਂ ਇੱਥੇ GH ਅਕੈਡਮੀ ਹੈ ਜਗਰਾਓਂ, ਉਹਨਾਂ ਦੇ ਸੰਸਥਾਪਕ ਨੇ ਉਹ ਮਨੀ ਸਾਹਿਬ ਜੀ ਹੈ, ਔਰ ਉਹਨਾਂ ਨੇ ਸਾਨੂੰ ਉੱਥੇ ਬੁਲਾਉਣਾ ਕੀਤਾ। ਜਿਵੇਂ 2004 ਦੇ ਵਿੱਚ ਅਸੀਂ ਉੱਥੇ ਗਏ ਸੀ। ਉਹਨਾਂ ਬੇਟੀਆਂ ਸੀ ਨਾਲ, ਸਕੂਲ ਦੇ ਬੱਚੇ, ਉਹਨਾਂ ਨੂੰ ਸਟੇਜ ਤੇ ਖੜਾ ਕੀਤਾ ਜਾਏ ਤੇ ਉਹਨਾਂ ਨੂੰ ਪ੍ਰੋਗਰਾਮ ਪੇਸ਼ ਕਰਵਾਇਆ। ਫਿਰ ਉਸ ਤੋਂ ਬਾਅਦ ਮੈਂ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ ਇੱਥੇ ਹੀ ਫੰਕਸ਼ਨ ਕੀਤੇ ਜੀ। ਅਤੇ ਉਸ ਤੋਂ ਬਾਅਦ ਮੈਂ ਹਾਂਗਕਾਂਗ ਵੀ ਜਾ ਕੇ ਆਇਆ। ਹਾਂਗਕਾਂਗ ਨੂੰ ਮੈਂ ਤੁਹਾਨੂੰ ਪਤਾ ਹੀ, ਮੈਂ ਕੀਰਤਨ ਵੀ ਕਰ ਲਏ ਨੇ, ਅਤੇ ਹਾਂਗਕਾਂਗ ਅਸੀਂ ਕੀਰਤਨ ਜਥੇ ਤੌਰ 'ਤੇ ਗਏ ਸੀ। ਅਤੇ ਬਾਕੀ ਹੁਣ ਤਾਂ ਤੁਹਾਨੂੰ ਪਤਾ ਹਾਲਾਤ ਹੀ ਐਸੇ ਹੋ ਗਏ, ਹਰੇਕ ਜਿਹੜਾ ਕੋਈ ਆਉਂਦਾ ਸੁਣਦਾ ਉਹ ਕਹਿੰਦਾ ਜੀ ਤੁਸੀਂ ਦਿਓ ਆਪਣੇ ਕਾਗਜ਼ ਪੱਤਰ, ਤੁਹਾਨੂੰ ਬੁਲਾਵਾਂਗੇ। ਪਰ ਫਿਰ ਤੁਹਾਨੂੰ ਪਤਾ ਵੀ ਜਹਾਜ਼ ਉੱਠਣ ਤੋਂ ਬਾਅਦ ਰਿਸ਼ਤੇ ਖਤਮ ਹੋ ਜਾਂਦੇ। ਗਿਆਨੀ ਜੀ, ਕੀਰਤਨ ਕਦੋਂ ਸ਼ੁਰੂ ਕੀਤਾ? ਕੀਰਤਨ ਜੀ ਮੈਂ ਇੱਥੇ ਜਦੋਂ ਘਰੋਂ ਹੀ ਜਾਂਦੇ, ਇੱਥੋਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪਿਆਰੇ ਕੀਰਤਨ ਕਰਦੇ ਸੀ। ਉਹਨਾਂ ਫਿਰ ਫੌਜ ਦੇ ਵਿੱਚ ਮੈਂ ਢੋਲਕੀ ਵਜਾਉਣੇ, ਆਪਣੇ ਗੁਰਦਿਆਲ ਸਿੰਘ ਜੀ ਸੂਬੇਦਾਰ ਸੀ, ਉਹ ਕੀਰਤਨ ਕਰਦੇ ਸੀ। ਉਹਨਾਂ ਨੇ ਜਿਹੜੀਆਂ ਸੁਰਾਂ ਲਾਉਣੀਆਂ, ਜਦੋਂ ਸਾਡਾ ਐਤਵਾਰ ਦਾ ਪ੍ਰੋਗਰਾਮ ਖਤਮ ਹੋ ਜਾਣਾ, ਮੈਂ ਜਦੋਂ ਮਤਲਬ ਪਲਟਰ ਆਰਾਮ ਕਰਦੇ ਸੀ, ਮੈਂ ਆ ਕੇ ਉਹਨਾਂ ਸੁਰਾਂ ਨੂੰ ਬੋਲ ਕੇ ਜਿਹੜੀ ਉਹ ਸ਼ਬਦ ਬੋਲੇ ਸੀ ਉਹ ਮੈਂ ਮਨ 'ਚ ਵਸਾ। ਉਸ ਤੋਂ ਬਾਅਦ ਸੁਰਾਂ ਨੂੰ ਰਾਜ ਕਰਦੀ, ਕੀ ਮੇਰੀਆਂ ਸੁਰਾਂ ਉਹਨਾਂ ਰਲਦੀਆਂ। ਉੱਥੇ ਵੀ ਸਾਡੇ ਮੈਨੂੰ ਇੱਕ ਚਮੇਲ ਸਿੰਘ ਜੀ ਸੀ, ਉਹ ਵਿਚਾਰੇ ਭੰਗੀ ਦਾ ਕੰਮ ਕਰਦੇ ਸੀ। ਫਿਰ ਉਹਨਾਂ ਦੇ ਕੋਲੋਂ ਮੈਂ ਹਾਰਮੋਨੀਅਮ ਦਾ ਸੁਰ ਗਿਆਨ ਲਿਆ। ਅਤੇ ਉਹ ਜਦੋਂ ਅੱਜ ਵੀ ਬੈਠੇ ਹਾਂ, ਫਿਰ ਇੱਥੇ ਧਰਮਕੋਟ ਜਦੋਂ ਆਏ, ਇੱਥੇ ਮੀਰ ਆਲਮਾ ਦੇ ਵਿਹੜੇ ਦੇ ਵਿੱਚ ਕਈਆਂ ਬਜ਼ੁਰਗਾਂ ਦੇ ਕੋਲੋਂ ਸੁਰਾਂ ਲਈਆਂ, ਉਹਨਾਂ ਦੇ ਘਰੇ ਜਾ ਕੇ। ਤੋ ਕਹਿਣ ਤੋਂ ਭਾਵ ਵੀ ਮਿਹਨਤ ਕੀਤੀ ਹੈ ਅਤੇ ਤਾਂ ਜਾ ਕੇ ਕੀਰਤਨ। ਪਰ ਕੀਰਤਨ ਨੂੰ ਮੈਂ ਉਹ ਮਹਾਨ ਹੈ, ਮੇਰੇ ਕੋਲ ਨਹੀਂ ਪਹੁੰਚਿਆ ਉਸ ਤੱਕ, ਮੇਰੇ ਕੋਲ ਨਹੀਂ ਪਹੁੰਚਿਆ। ਕੀਰਤਨ ਦਾ ਲੈਵਲ ਬਹੁਤ ਉੱਚਾ, ਉੱਥੇ ਤੱਕ ਨਹੀਂ ਪਹੁੰਚਿਆ ਗਿਆ। ਹੁਣ ਵੀ ਜੇ ਕੋਈ ਸਾਡੇ ਇਲਾਕੇ ਵਿੱਚ ਆਮ ਤੌਰ 'ਤੇ ਮਰਗ ਦਾ ਭੋਗ ਹੁੰਦਾ ਅਤੇ ਉਹ ਮੋਸਟਲੀ ਸੰਗਤਾਂ ਕਹਿੰਦੀਆਂ ਵੀ ਆਪਾਂ ਗਿਆਨੀ ਬੁਲਾਉਂਦੇ ਨੇ। ਗਿਆਨੀ ਜੀ, ਜਦ ਅਸੀਂ ਢਾਡੀ ਕਲਾ ਦੀ ਗੱਲ ਕਰਦੇ ਹਾਂ ਅਤੇ ਢਾਡੀ ਕਲਾ ਵਿੱਚ ਸੰਗਤ ਵੱਲੋਂ ਜਿਹੜਾ ਸਨਮਾਨ ਮਿਲਦਾ ਮਾਇਆ ਦੇਵੀ ਜੀ, ਕੀ ਤੁਹਾਡਾ ਕੀ ਖਿਆਲ ਹੈ ਕਿ
ਇਹ ਕਾਫੀ ਹੈ ਢਾਡੀ ਸਿੰਘਾਂ ਦੇ ਗੁਜ਼ਾਰੇ ਲਈ। ਨਹੀਂ, ਅੱਜ ਦੇ ਹਾਲਾਤਾਂ ਵਿੱਚ ਤਾਂ ਮੈਂ ਕਹਿਣਾ ਵੀ ਨਹੀਂ ਹੈਗਾ, ਬਿਲਕੁਲ ਨਹੀਂ। ਜਿੰਨਾ ਘੱਟੋ ਘੱਟ ਦੇਖਿਆ ਜਾਵੇ ਛੋਟੀ ਗੱਲ ਹੈ। ਇੱਕ ਦਿਹਾੜੀਆ ਜਿਹੜਾ ਹੈ, ਜਿਹਨੂੰ ਆਪਾਂ ਮਾਫੀ ਕਹਿੰਦੇ, ਕੋਈ ਯੂਪੀ ਦਾ ਕੋਈ ਲੇਬਰ ਆਉਂਦਾ ਹੈ, ਉਸ ਇਹ ਆਉਂਦਾ ਘਰੇ, ਉਹਨੇ ਪ੍ਰਸ਼ਾਦਾ ਪਾਣੀ ਵੀ ਛਕਣਾ, 2-3 ਫੁਲਕਾ ਵੀ ਛਕਣਾ, ਸਰ ਕੁਝ ਜਾਂਦੇ ਨੇ 350 400 ਰੁਪਏ 500 ਕਰ ਦਿੰਦੇ ਜੀ। ਅਤੇ ਜਦੋਂ ਅਸੀਂ ਸਟੇਜਾਂ 'ਤੇ ਜਾ ਕੇ ਗੱਲ ਕਰਦੇ ਹਾਂ ਲੈਣ ਦੇਣ ਦੀ, ਮੋਸਟਲੀ ਕਈ ਵਾਰ ਤਾਂ ਇਹ ਵੀ ਕਹਿ ਦਿੰਦੇ ਤੁਹਾਨੂੰ ਕਿਹਨੇ ਬੁਲਾਇਆ, ਤੁਸੀਂ ਆਪ ਹੀ ਆਏ। ਉੱਥੇ ਸਾਡੀ ਵੈਲਿਊ ਖਤਮ ਹੋ ਜਾਂਦੀ ਹੈ ਜੀ। ਮੈਂ ਕੋਸ਼ਿਸ਼ ਹੁੰਦੀ ਹੈ ਮੇਰੀ, ਮੈਂ ਬੁਲਾਏ ਤੋਂ ਨਹੀਂ ਜਾਂਦਾ। ਦੂਸਰੀ ਗੱਲ ਤੁਸੀਂ ਇਹ ਨੋਟ ਕੀਤਾ ਹੋਣਾ, ਮੈਂ ਸਟੇਜ ਉੱਤੇ ਕੋਈ ਮਾਇਆ ਨਹੀਂ ਬੋਲ ਰਹੀ, ਲਾਸਟ ਤੱਕ ਧੰਨਵਾਦ ਕਰਦਾ। ਜਦ ਸਰੋਤਾ ਬਸ ਹੈ, ਸਰੋਤਾ ਤੁਹਾਨੂੰ ਇਹ ਫਰਕ ਹੋਏਗਾ ਵੀ ਹੁਣ ਟਾਈਮ ਪਾਸ ਕਰੀ ਜਾਂਦੇ, ਕਹਿੰਦੀ ਜੀ ਉਹਨੂੰ ਮਾਇਆ ਸੁਣਾਈ ਜਾਂਦੇ, ਅਤੇ ਗੱਲ ਇਹ ਇਤਿਹਾਸ ਦੀ ਗੱਲ ਛੱਡ ਦਿੱਤੀ ਹੈ। ਇਤਿਹਾਸ ਮਹਾਨ ਹੈ, ਦੇਸ਼ ਕੀਮਤੀ ਹੈ, ਉਹਨੂੰ ਛੱਡ ਕੇ ਪੈਸੇ ਨੂੰ ਬੋਲਣਾ ਆਪਣੇ ਆਪ ਦੀ ਲਿਆਕਤ ਨੂੰ ਨਿਆਉਣਾ ਦਿਖਾਉਣ ਵਾਸਤੇ। ਦੂਸਰੀ ਗੱਲ ਇਹ ਹੈ, ਜੇਕਰ ਇੱਕ ਫੰਕਸ਼ਨ ਹੁੰਦਾ ਤੇ ਤੁਸੀਂ ਕਿੰਨੇ ਫੰਕਸ਼ਨ ਦੇ ਇਕੱਠੇ ਹੁੰਦੇ ਨੇ, ਹੁਣ ਬੁਲਾਏ ਹੁੰਦੇ ਆ 3-4 ਜੱਥੇ, 2 ਜੱਥੇ ਬੁਲਾਏ ਹੁੰਦੇ ਆ, ਅਤੇ ਉੱਥੇ ਆਪਣਾ ਪਰਿਵਾਰ ਬਹੁਤ ਪਹੁੰਚ ਜਾਂਦਾ। ਫਿਰ ਤੁਹਾਨੂੰ ਪਤਾ ਵੀ ਫਿਰ ਉੱਥੇ ਉਹਨਾਂ ਨੂੰ ਉਹਨਾਂ ਹੀ ਮਿਲਣਾ ਨਾ, ਉਹਦਾ ਬਜਟ ਰੱਖਿਆ ਹੁੰਦਾ ਵੀ ਇੰਨਾ ਕੁ ਆਪਾਂ ਤੁਹਾਡੀਆਂ ਟਿਊਸ਼ਨ ਦੇਣਾ ਹੈ, ਅਤੇ ਫਿਰ ਵੰਡ ਕੇ ਦਿੰਦੇ ਆ। ਅਤੇ ਜੇ ਵੰਡ ਕੇ ਦਿੰਦੇ ਆ, ਮੈਂ ਤਾਂ ਇਹ ਕਹਿੰਦਾ ਵੀ ਕੁਛ ਇਸ ਤਰ੍ਹਾਂ ਦਾ ਬਣਦੇ ਸਿਸਟਮ ਵੀ ਜੇ ਇੱਕ ਫੰਕਸ਼ਨ ਹੈ ਕਿਤੇ 4 ਜੱਥੇ ਇੱਥੇ ਜਾ ਦੂਜੇ 4 ਦਿਨ ਦੂਜੀ ਗਾਂਹ ਤੁਰ ਜਾਣ, ਫਿਰ ਉਹਨਾਂ ਨੂੰ ਯੋਗ ਘੱਟੋ ਘੱਟ ਦਿਹਾੜੀਆਂ ਦਾ ਮੁੱਲ ਤਾਂ ਨਾ ਦਿੱਤਾ ਜਾਵੇ, 200-300 ਰੁਪਏ ਦਿਹਾੜੀ ਦੇ ਕੇ ਤੋਰ ਦਿੰਦੇ ਆ। ਸਾਡੀਆਂ ਕਮੇਟੀਆਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਢਾਡੀ ਸਿੰਘਾਂ ਦਾ ਮਾਣ ਕਰੀਏ ਅਤੇ ਢਾਡੀ ਵੀ ਵਿਕਾਊ ਨਾ ਹੋ ਕੇ ਜਾਣ। ਇਹ ਮੇਰੀ ਬੇਨਤੀ ਹੈ। ਢਾਡੀ ਕੋਸ਼ਿਸ਼ ਕਰਨ ਵੀ ਜਿੱਥੇ ਜਾਣਾ ਹੈ ਉਹ ਸੰਗਤਾਂ ਨਾਲ ਸਲਾਹ ਕਰ ਲੈਣ, ਉੱਥੇ ਜਾ ਕੇ ਉਹਨਾਂ ਤੋਂ ਟਾਈਮ ਪੁੱਛਣ। ਜੇ ਉਹ ਟਾਈਮ ਪੁੱਛਣਗੇ ਅਤੇ ਉਹ ਕਹਿਣਗੇ ਸਾਡੀ ਸੇਵਾ ਤੁਸੀਂ ਥੋੜ੍ਹੀ ਬਹੁਤ ਵਿਚਾਰ ਕੇ ਜੀ। ਯਾਨੀ ਜੀ ਮਤਲਬ ਢਾਡੀ ਜੱਥੇ ਜਿਹੜੇ ਬਹੁਤ ਨਾਮਵਾਰ ਜੱਥੇ ਨੇ, ਚੰਗੀ ਮੂੰਹ ਮੰਗਵੀ ਮਾਇਆ ਦਿੰਦੇ ਜੀ ਜੀ, ਅਤੇ ਕੁਝ ਅਜਿਹੇ ਨੇ ਜਿਹੜੇ ਆਪ ਜਾਂਦੇ ਨੇ, ਤੁਹਾਨੂੰ ਟਾਈਮ ਵੀ ਨਹੀਂ ਮਿਲਦਾ, ਮਾਇਆ ਵੀ ਨਹੀਂ ਮਿਲਦੀ। ਖੈਰ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਮਿਹਨਤ ਬੜੀ ਜ਼ਰੂਰੀ ਹੈ। ਬਿਲਕੁਲ ਸਾਡਾ ਫਰਜ਼ ਹੈ ਮਿਹਨਤ ਕਰਨਾ, ਅਤੇ ਜੇ ਅਸੀਂ ਮਿਹਨਤ ਕਰਾਂਗੇ ਸੰਗਤ ਸਾਡਾ ਸਨਮਾਨ ਜ਼ਰੂਰ ਕਰਦੀ ਹੈ। ਕਹਿੰਦੀ ਜੀ, ਜਦ ਅਸੀਂ ਹੁਣ ਤੁਹਾਡੀ ਗੱਲ ਕਰ ਰਹੇ ਹਾਂ ਕਿ ਸ਼ਾਇਦ ਤੁਸੀਂ ਜ਼ਿੰਦਗੀ ਦੇ 7 ਕੁ ਦਹਾਕੇ ਦਾ ਪਾਰ ਕਰ ਰਹੇ ਹੋ ਜੀ ਜੀ। ਕਿੰਨੀ ਉਮਰ? 74 ਸਾਲ ਹੋ ਚੁੱਕੇ, ਬਸ ਹੁਣ ਤਾਂ ਬਹੁਤ ਉਮਰ ਹੈ ਜੀ ਜੀ। ਰੱਬ ਤੋਂ ਦਿੱਤੀ। ਇਹਦਾ ਮਤਲਬ ਬਸ 47 ਦਾ ਤੁਹਾਡਾ? ਮੇਰਾ 2/12/1947 ਦਾ ਜਨਮ ਹੈ ਜੀ, ਆਜ਼ਾਦੀ ਵਾਲੇ ਸਾਲ। ਹਾਂ ਠੀਕ ਹੈ ਜੀ। ਇਹ ਆਜ਼ਾਦੀ ਤੇ ਹੋਈ ਹੈ ਅਗਸਤ ਦੇ ਵਿੱਚ ਆ ਗਈ ਜੀ, ਉਸੇ ਸਾਲ ਵਿੱਚ ਜਦ ਆਜ਼ਾਦੀ ਜਿਹੜੀ ਹੈ ਨਾ ਜੀ, ਉਹ ਆਪਾਂ ਨੂੰ 15 ਅਗਸਤ ਨੂੰ ਮਿਲਦੀ ਹੈ, ਅਤੇ 30 ਜਨਵਰੀ 1950 ਨੂੰ ਆਪਾਂ ਫਿਰ ਰਿਪਬਲਿਕ ਗਣਤੰਤਰ ਦੇ ਜੀ। ਖੈਰ, ਉਹ ਆਜ਼ਾਦੀ ਦਾ ਇੱਕ ਅਲੱਗ ਵਿਸ਼ਾ, ਆਜ਼ਾਦੀ ਮਿਲੀ ਜਾਂ ਨਹੀਂ, ਪਰ ਜਿਸ ਨੂੰ ਹਿੰਦੁਸਤਾਨ ਦਾ ਸੁਤੰਤਰਤਾ ਦਿਵਸ ਆਖਿਆ ਜਾਂਦਾ, ਉਸ ਸਾਲ ਵਿੱਚ ਤੁਹਾਡਾ ਜਨਮ ਹੋਇਆ। ਗਿਆਨੀ ਜੀ, ਤੁਸੀਂ 74 ਵਰ੍ਹੇ ਜੀਵਨ ਦੇ ਪਾਰ ਕਰ ਲਏ ਨੇ, ਢਾਡੀ ਜੱਥੇ ਦੇ ਨਾਲ ਲਗਭਗ 3 ਦਹਾਕੇ ਸੇਵਾ ਕਰ ਲਈ ਹੈ, ਬੜਾ ਕੁਝ ਲਿਖਿਆ ਹੈ, ਅਤੇ ਜੋ ਕੁਝ ਤੁਸੀਂ ਲਿਖਿਆ ਹੈ ਕੀ ਉਸ ਨੂੰ ਕਿਤਾਬੀ ਸ਼ਕਲ ਦੇਣ ਦੀ ਵੀ ਕੋਸ਼ਿਸ਼ ਕੀਤੀ, ਕੋਈ ਕਿਤਾਬ ਛਪਵਾਈ ਜਾਂ ਨਹੀਂ? ਮੇਰੀ ਇਹੀ ਕਮਜ਼ੋਰੀ ਰਹਿ ਗਈ ਜੀ, ਕਿਉਂਕਿ ਪਿੱਛੋਂ ਬੱਚੇ ਵੀ ਉਸ ਨਾਂ ਸੰਭਾਲਣਾ ਇਸ ਗੱਲ ਨੂੰ। ਲਿਖਿਆ ਬਹੁਤ ਕੁਛ ਹੈ ਜੀ, ਹਰ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਿਤ ਖਾਸ ਨਹੀਂ ਕੀਤੇ, ਅਤੇ ਇਹ ਰਹਿ ਹੀ ਜਾਣਾ ਜੀ। ਜੇ ਮੈਂ ਸ਼ੁਰੂ ਅੱਜ ਵੀ ਕਰ ਰਿਹਾ ਅਤੇ ਮੈਂ ਕਹਿੰਦਾ ਮੇਰੇ ਕਈ ਸਾਲ ਲੱਗ ਜਾਣੇ ਇਹ ਕਿਤਾਬਾਂ ਦਾ ਰੂਪ ਦੇਣ ਵਾਸਤੇ। ਮੈਂ ਕਹਿੰਦਾ ਵੀ ਚਲੋ ਇੱਕ ਅੱਧੀ ਕੋਈ ਕਿਤਾਬ ਜਿਹੜੀ ਹੈ ਜਿਹਦੇ ਵਿੱਚ, ਔਰ ਮੈਂ ਚਾਹੁੰਦਾ ਵੀ ਉਹ ਲੋਕਾਂ ਤੱਕ ਬਹੁਤ ਘੱਟ ਜਾਂ ਫ੍ਰੀ ਚਲੀ ਜਾਵੇ, ਅਤੇ ਮੈਨੂੰ ਲੱਗਦਾ ਵੀ ਮੇਰੀ ਸੇਵਾ ਹੋ ਜਾਏਗੀ। ਜੇ ਮੈਂ ਤੁਹਾਡੀ ਸਫਰ ਤੈਅ ਕੀਤਾ ਹੈ ਜਾਂ ਤੁਹਾਡੀ ਸਲਾਹ ਨੂੰ ਪ੍ਰਾਪਤੀ ਕੀਤੀ ਹੈ ਵੀ ਉਹਦੇ ਵਿੱਚੋਂ ਮੇਰਾ ਦਸਵੰਧੀ ਜਿਹੜਾ ਉਹ ਗੁਰੂ ਘਰਾਂ ਵਿੱਚ ਪਹੁੰਚ ਜਾਏ। ਇੱਕ ਦੋ ਕਿਤਾਬਾਂ ਦੇ ਤੌਰ 'ਤੇ ਮੈਂ ਚਾਹੁੰਦਾ ਵੀ ਪੈਸੇ ਬੱਚੇ ਗਾਉਂ ਤੋਂ ਕਮਾਈ ਕੀਤੀ ਹੈ, ਕਮਾਈ ਸਟੇਜ 'ਤੇ ਬਹੁਤ ਕੀਤੀ ਹੈ, ਗੌਰਮੈਂਟ ਤੋਂ ਪੈਨਸ਼ਨ ਵੀ ਲੈ ਰਹੇ ਆ, ਪਰ ਇਹਨਾਂ ਵੀ ਕੁਛ ਸਮਰਪਿਤ ਹੋ ਜਾਏ ਸਮਾਜ ਨੂੰ, ਢਾਡੀ ਕਲਾ ਨੂੰ। ਅਤੇ ਉਹਦੇ ਸਮਰਪਿਤ ਇਹ ਹੋ ਸਕਦਾ ਵੀ ਮੈਂ ਕੁਛ ਇਤਿਹਾਸ ਦੀਆਂ ਪੁਸਤਕਾਂ ਲਿਖ ਕੇ ਲਿਖੀਆਂ ਹੈ, ਉਹਨੂੰ ਪ੍ਰਿੰਟ ਆਊਟ ਕਰਾ ਕੇ ਕਿਤਾਬਾਂ ਦੇ ਰੂਪ ਵਿੱਚ ਦੇਵਾਂ, ਜਿਹੜੀ ਇੱਛਾ ਜ਼ਰੂਰ। ਯਾਨੀ ਜੀ, ਅੱਜ ਕੱਲ੍ਹ ਤੁਸੀਂ ਆਪਣੇ ਪਿੰਡ ਲੋਹਗੜ੍ਹ ਵਿੱਚ ਰਹਿ ਰਹੇ ਹੋ, ਅਤੇ ਕੀ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਕਿਸੇ ਨੂੰ ਇਹ ਸ਼ੌਕ ਹੈ, ਕੋਈ ਢਾਡੀ ਕਲਾ ਦੇ ਵੱਲ ਆਇਆ ਜਾਂ ਕਿੱਦਾਂ? ਨਹੀਂ, ਬੱਚਿਆਂ ਨੂੰ ਸ਼ੌਕ ਨਹੀਂ ਹੈ। ਇਹ ਮੈਂ ਹੀ ਆਪਣੇ ਪਰਿਵਾਰ ਦੇ ਵਿੱਚੋਂ ਨਵੇਕਲੇ ਜਿਹੇ ਹੋ ਕੇ ਆਪਣਾ ਸ਼ੌਕ ਪਾਲਿਆ ਸੀਗਾ, ਜਦ ਕਿ ਫਾਦਰ ਸਾਹਿਬ ਵੀ ਇਸ ਗੱਲ ਨੂੰ ਨਹੀਂ ਚੰਗਾ ਸਮਝਦੇ ਸੀ। ਉਹ ਕਹਿੰਦੇ ਵੀ ਆਪਣਾ ਕੋਈ ਮਕੈਨੀਕਲ ਕਾਰੋਬਾਰ ਕੀਤਾ, ਕਿਉਂਕਿ ਮੈਂ ਰਾਮਗੜੀਆ ਬਰਾਦਰੀ ਨਾਲ ਸੰਬੰਧਿਤ ਹਾਂ, ਅਤੇ ਉਹ ਚਾਹੁੰਦੇ ਸੀ ਇਸ ਕੰਮ ਦੇ ਵਿੱਚ ਆ ਜਾਏ। ਬੇਟਾ ਹੁਣ ਆਟੋ ਇਲੈਕਟ੍ਰੀਸ਼ੀਅਨ ਦੀ ਦੁਕਾਨ ਕਰਦੇ, ਭਾਈ ਕੀ ਟੋਲੀ ਗੁਰਪ੍ਰੀਤ ਸਿੰਘ
ਬਮਰਾਹ ਇਲੈਕਟ੍ਰਿਕ ਵਰਕਸ ਹੈਗਾ ਉਹ ਕਰਦਾ ਹੈ। ਉਸ ਤਰ੍ਹਾਂ ਇਹ ਪੜ੍ਹ ਹੀ ਰਿਹਾ ਹੈਗਾ। ਬਾਕੀ ਪਰਿਵਾਰ ਵੱਲੋਂ ਸਹਿਯੋਗ ਮਿਲਿਆ, ਪਰ ਮੈਨੂੰ ਕਿਸੇ ਜਾਣ ਤੇ ਨਾ ਨਹੀਂ। ਜੋ ਵੀ ਚੀਜ਼ ਮੈਂ ਕਿਹਾ ਮੈਂ ਜਾਣਾ ਪ੍ਰੋਗਰਾਮ, ਤੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਹੈ। ਜੇ ਕਿਸੇ ਬੱਚਿਆਂ ਨੇ ਮੈਨੂੰ ਤੜਕੇ ਚੜਾਉਣਾ, ਟ੍ਰੇਨ ਬੱਸ 'ਤੇ ਛੱਡ ਕੇ ਆਉਣਾ, ਤਾਂ ਵੀ ਮੈਨੂੰ ਛੱਡ ਕੇ ਆਉਂਦੇ। ਮੇਰੇ ਕੰਮ ਦੇ ਵਿੱਚ ਅੜਿੱਕਾ ਨਹੀਂ ਪਾਇਆ, ਪਰ ਇਸ ਪਾਸੇ ਆਏ ਜੀ। ਖੈਰ ਗਿਆਨੀ ਜੀ, ਵੱਖਰੀ ਗੱਲ ਹੈ ਕਿ ਬੋਰਡ ਦੀ ਜਗ੍ਹਾ ਬੋਰਡ ਲੱਗਣਾ ਬੜਾ ਮੁਸ਼ਕਲ ਹੁੰਦਾ, ਗੁਰੂ ਕਿਰਪਾ ਕਰੇ। ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਪਰਿਵਾਰ ਵਿੱਚ ਬੱਚਾ, ਤੁਹਾਡਾ ਬੇਟਾ ਵੀ ਗੁਰਸਿੱਖ ਹੈ, ਪੋਤਰਾ ਵੀ ਗੁਰਸਿੱਖ ਹੈ, ਅੰਮ੍ਰਿਤਧਾਰੀ ਨੇ, ਤੇ ਸਰੂਪ ਪ੍ਰਕਾਸ਼ ਹੈ ਜੀ। ਬਹੁਤ ਵੱਡੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਬੇਟਾ ਪਾਠ ਕਰਦਾ, ਆਣ ਕੇ ਵੀ ਉਹਨੂੰ ਪਾਠ ਕਰਨਾ। 1 ਮਹੀਨੇ ਵਿੱਚ ਕੋਸ਼ਿਸ਼ ਹੁੰਦੀ ਹੈ ਵੀ ਇੱਕ ਸਹਿਜ ਪਾਠ ਦਾ ਭੋਗ ਜਿਹੜਾ ਉਹ ਪਾਇਆ ਜਾਵੇ ਸੋਲਾਂ ਵੇਲੇ ਜੀ। ਇਹ ਪਰਿਵਾਰ ਦੀ ਇੱਛਾ ਜੀ। ਗਿਆਨੀ ਜੀ, ਸਮਾਂ ਆਪਣੀ ਚੱਲਦਾ ਜਾ ਰਿਹਾ ਤੇ ਹੁਣ ਵੇਲਾ ਆ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ, ਤੁਸੀਂ ਸਾਨੂੰ ਸਮਾਂ ਦੇ ਕੇ ਨਿਵਾਜਿਆ, ਤੇ ਤੁਹਾਡੀ ਤੰਦਰੁਸਤੀ ਲਈ, ਤੁਹਾਡੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਖਰੀ ਦਮ ਤੱਕ ਕੌਮ ਦੀ ਸੇਵਾ ਕਰਦੇ ਰਹੋ, ਆਪਣੀ ਕਲਮ ਨਾਲ ਵੀ, ਆਪਣੀ ਆਵਾਜ਼ ਨਾਲ, ਆਪਣੇ ਜੱਥੇ ਦੇ ਨਾਲ। ਗੁਰੂ ਕਿਰਪਾ ਕਰੇ। ਬਹੁਤ ਤੁਹਾਡਾ ਧੰਨਵਾਦ। ਦਰਸ਼ਕੋ, ਇਹ ਸਨ ਗਿਆਨੀ ਮਲਕੀਤ ਸਿੰਘ ਜੀ ਪੰਖੇਰੂ, ਜਿਨ੍ਹਾਂ ਨੇ ਆਪਣੇ ਜੀਵਨ ਦੀਆਂ ਬਹੁਤ ਕੀਮਤੀ ਯਾਦਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਢਾਡੀ ਕਲਾ ਦੇ ਨਾਲ, ਔਰ ਪੁਰਾਣੇ ਢਾਡੀ ਸਿੰਘਾਂ ਦੇ ਬਾਰੇ ਬਹੁਤ ਕੁਝ ਦੱਸਿਆ। ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਲੈ ਰਹੇ ਹਾਂ, ਤੇ ਬੜੀ ਜਲਦ ਕਿਸੇ ਹੋਰ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।